ਸਾਹਿਬ ਜੀ। ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ। ਰਹਿਮ ਤੇਰੀ ਸੁਖ ਪਾਇਆ ਸਦਾ। ਨਾਨਕ ਕੀ ਅਰਦਾਸ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ। ਨਾਨਕ ਸਿਮਰਤ ਏਕ। ਧੰਨ ਵਾਹਿਗੁਰੂ ਸਾਹਿਬ ਜੀ। ਫਰੀਦਾ ਇੰਨੀ ਨਿੱਕੀ ਜੰਗੀਐ, ਥਲ ਡੂੰਗਰ ਭਵਿਓਮ। ਅਜ ਫਰੀਦੈ ਕੁਜੜਾ, ਸੈ ਕੋਹਾਂ ਥਿਓਮ। ਇਨੀ ਨਿੱਕੀ ਜੰਗੀਐ, ਥਲ ਡੂੰਗਰ ਭਵਿਓਮ। ਅਜ ਫਰੀਦੈ ਕੁਜੜਾ, ਸੈ ਕੋਹਾਂ ਥਿਓਮ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ, ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ, ਨਾਮ ਬਾਣੀ ਕੇ ਬੋਹਿਤ ਹਾਲਤ ਪਲਤ ਸਵਾਰ ਦੇਣ ਵਾਲੇ ਗਰੀਬ ਨਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਸਤਿਕਾਰਯੋਗ ਸਤ ਸੰਗੀ ਜਨੋ, ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਸਤ ਸੰਗਤ ਦੀਆਂ ਘੜੀਆਂ ਸੁਭਾਗ ਹੋਈਆਂ ਹਨ। ਆਪ ਜੀਆਂ ਨੇ ਜੋ ਪਾਵਨ ਪਵਿੱਤਰ ਬਚਨ ਪਾਠ ਰੂਪ ਦੇ ਵਿੱਚ ਸ਼ਰਵਣ ਕੀਤੇ ਹਨ, ਭਗਤ ਫਰੀਦ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 1378 ਦੇ ਉੱਪਰ ਸੁਭਾਏਮਾਨ ਹਨ ਅਤੇ ਲੜੀਵਾਰ ਸ਼ਲੋਕਾਂ ਦੇ ਵਿੱਚੋਂ 19 ਨੰਬਰ ਸ਼ਲੋਕ ਹੈ, ਜੋ ਕਿ ਆਮ ਤੌਰ 'ਤੇ ਜਿਸ ਵਕਤ ਸਾਡੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਪ੍ਰਾਰੰਭ ਹੁੰਦੇ ਹਨ, ਭੋਗ ਵਾਲੇ ਦਿਨ ਸਵੇਰ ਵੇਲੇ ਇਹ ਪਾਵਨ ਸ਼ਲੋਕ ਬੜੇ ਪਿਆਰ ਦੇ ਨਾਲ
ਸੋਹਣੇ ਢੰਗ ਤਰੀਕੇ ਦੇ ਨਾਲ ਉੱਚੀ ਸੁਰ ਦੇ ਵਿੱਚ ਹੇਕ ਲਾ ਕੇ ਗੁਰੂ ਘਰ ਦੇ ਸੇਵਾਦਾਰ ਜਨ ਆਪ ਸਰਬੱਤ ਸੰਗਤਾਂ ਨੂੰ ਸ਼ਰਵਣ ਕਰਾਉਂਦੇ ਹਨ। ਔਰ ਇਸ ਪਾਵਨ ਸ਼ਲੋਕ ਨੂੰ, ਜਿਸ ਨੂੰ ਤੁਸੀਂ ਪਾਠ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ, ਆਓ ਸਾਰੇ ਰਲ ਮਿਲ ਕੇ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਸ਼ੇਖ ਫਰੀਦ ਸਾਹਿਬ ਜੀ ਨੇ ਇਸ ਪਾਵਨ ਸ਼ਲੋਕ ਦੇ ਰਾਹੀਂ ਸਾਨੂੰ ਕੀ ਸੁਨੇਹਾ ਦਿੱਤਾ ਹੈ, ਕੀ ਸੰਦੇਸ਼ ਦਿੰਦੇ ਹਨ, ਸਾਨੂੰ ਸਾਡੇ ਜੀਵਨ ਦੇ ਕਿਹੜੇ ਪੱਖਾਂ ਤੋਂ ਜਾਣੂ ਕਰਵਾਇਆ ਹੈ। ਆਓ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਜਿਤਨੇ ਵੀ ਮਾਈ ਭਾਈ ਜਨ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹੋ, ਗੁਰੂ ਫਤਿਹ ਨਾਲ ਸਾਂਝ ਕਰੋ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਹੇ। ਇੱਕੋ ਵਾਰੀ ਕਹਿਣ ਤੇ ਸਰਬੱਤ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਦੇ ਵਿੱਚ ਸਾਨੂੰ ਸਾਡੇ ਜੀਵਨ ਦਾ ਨਿਸ਼ਾਨਾ ਸਮਝਾਉਂਦਿਆਂ ਸਭ ਤੋਂ ਪਹਿਲਾਂ ਕਰਮ ਦੇ ਵਿੱਚ ਸੁਧਾਰ ਕਰਨ ਦੇ ਲਈ ਆਖਿਆ ਹੈ। ਕਰਮ ਉਸ ਕਿਰਿਆ ਦਾ ਨਾਮ ਹੈ ਜਿਸ ਕਿਰਿਆ ਨੂੰ ਕਰਨ ਤੋਂ ਬਾਅਦ ਸਾਨੂੰ ਚੰਗੇ ਅਤੇ ਮਾੜੇ ਦੀ ਸਮਝ ਲੱਗਦੀ ਹੈ। ਜਿਸ ਕਿਰਿਆ ਨੂੰ ਕਰਨ ਤੋਂ ਬਾਅਦ ਸਾਨੂੰ ਲਾਭ ਜਾਂ ਹਾਨੀ ਪ੍ਰਾਪਤ ਹੁੰਦੀ ਹੈ, ਉਹਨੂੰ ਕਰਮ ਆਖਦੇ ਨੇ। ਪਾਤਸ਼ਾਹ ਨੇ ਬਾਣੀ ਦੇ ਅੰਦਰ ਇਸ ਸਰੀਰਕ ਢਾਂਚੇ ਦਾ ਵੀ ਜ਼ਿਕਰ ਕੀਤਾ ਹੈ, ਸਾਡੀ ਮਾਨਸਿਕਤਾ ਦਾ ਵੀ ਜ਼ਿਕਰ ਕੀਤਾ ਹੈ। ਇਸ ਸਰੀਰ ਨੂੰ ਮਾਧਿਅਮ ਆਖਿਆ ਹੈ ਮਹਾਰਾਜ ਨੇ ਬਾਣੀ ਵਿੱਚ। ਇਹ ਸਰੀਰ ਤਾਂ ਇੱਕ ਜ਼ਰੀਆ ਹੈ। ਇਸ ਸਰੀਰ ਦੇ ਵਿੱਚ ਜੇ ਚੰਗੇ ਗੁਣ ਹੋਣਗੇ, ਇਸ ਸਰੀਰ ਦੇ ਰਾਹੀਂ ਤੂੰ ਉਸ ਪਰਮ ਆਤਮਾ, ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨਾਲ ਸਾਂਝ ਬਣਾ ਕੇ ਜੀਉ ਸਕਦਾ ਹੈ ਤੇ ਇਹ ਸਰੀਰ ਵੀ ਪਵਿੱਤਰ ਹੋ ਸਕਦਾ ਹੈ। ਜਿਸ ਮਾਧਿਅਮ ਦੇ ਰਾਹੀਂ ਸਾਨੂੰ ਕੋਈ ਲਾਭ ਪਹੁੰਚਦਾ ਹੋਵੇ, ਸਾਨੂੰ ਉਹ ਸਾਧਨ ਵੀ ਬੜਾ ਚੰਗਾ ਲੱਗਦਾ ਹੈ। ਮਿਸਾਲ ਦੇ ਤੌਰ ਤੇ ਸਾਡੇ ਘਰ ਵਿੱਚ ਕੋਈ ਸਾਧਨ ਖੜਾ ਹੋਵੇ ਕਮਾਈ ਦਾ, ਉਸ ਸਾਧਨ ਤੋਂ ਸਾਨੂੰ ਆਮਦਨ ਹੁੰਦੀ ਹੋਵੇ ਤੇ ਅਸੀਂ ਆਮਦਨ ਵੱਲ ਘੱਟ ਤੱਕਦੇ ਹਾਂ, ਅਸੀਂ ਆਪਣੇ ਸਾਧਨ ਨੂੰ ਵੱਧ ਪਿਆਰ ਕਰਦੇ ਹਾਂ। ਇਸੇ ਤਰ੍ਹਾਂ ਸਰੀਰ ਇੱਕ ਸਾਧਨ ਹੈ ਤੇ ਇਸ ਸਾਧਨ ਦੇ ਨਾਲ ਗੁਣਾ ਰੂਪ ਆਮਦਨ ਜਿਹੜੀ ਹੈ, ਅਕਾਲ ਪੁਰਖ ਵਾਹਿਗੁਰੂ ਦੇ ਗੁਣਾ ਰੂਪ ਆਮਦਨ ਨੂੰ ਅਸੀਂ ਇਕੱਤਰ ਕਰਨਾ ਹੈ। ਔਰ ਇਸ ਸਰੀਰ ਦੇ ਨਾਲ ਜਿਉਂਦਿਆਂ ਜਿਉਂਦਿਆਂ ਜਿੰਨਾ ਕੁ ਸਮਾਂ ਸਾਡਾ ਗੁਰੂ ਪਾਤਸ਼ਾਹ ਮਹਾਰਾਜ ਆਖਦੇ ਨੇ ਜਾਂ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ, ਉਹ ਉਸ ਸਮੇਂ ਦੇ ਵਿੱਚ ਉਨੇ ਕੁ ਅਵਸਰ ਦੇ ਵਿੱਚ ਰਹਿੰਦਿਆਂ ਅਸੀਂ ਆਪਣੇ ਕਰਮ ਨੂੰ, ਆਪਣੀਆਂ ਕਿਰਿਆਵਾਂ ਨੂੰ ਚੰਗੇ ਢੰਗ ਨਾਲ ਕਰਨਾ ਹੈ। ਕਰਮ ਚੰਗਾ ਹੈ, ਜੀਵਨ ਵਿੱਚ ਲਾਭ ਹੈ। ਕਰਮ ਮਾੜਾ ਹੈ ਤੇ ਜੀਵਨ ਵਿੱਚ ਹਾਨੀ ਹੁੰਦੀ ਹੈ। ਸਮੁੱਚੀ ਬਾਣੀ ਨੇ ਕਰਮ ਤੇ ਬੜਾ ਵੱਡਾ ਜ਼ੋਰ ਦਿੱਤਾ ਹੈ। ਜਦੋਂ ਪਾਤਸ਼ਾਹ ਬਾਣੀ ਵਿੱਚ ਬਚਨ ਕਰਦੇ ਤੇ ਮਹਾਰਾਜ ਕਹਿੰਦੇ ਨੇ, ਸੁਕ੍ਰਿਤ ਕਰ ਕਰ ਲੀਜੇ ਰੇ ਮਨ। ਸੁਕ੍ਰਿਤ ਦਾ ਅਰਥ ਹੈ ਸੱਚੀ ਕ੍ਰਿਤ ਕਰ, ਸੱਚਾ ਕਰਮ ਕਰ। ਉਹ ਕਰਮ ਕਰ ਜਿਸ ਕਰਮ ਦੇ ਵਿੱਚੋਂ ਤੈਨੂੰ ਕੁਝ ਪ੍ਰਾਪਤ ਹੋਵੇ, ਇਹ ਨਾ ਹੋਵੇ ਕਿ ਤੈਨੂੰ ਉਹਦੇ ਵਿੱਚੋਂ ਹਾਨੀ ਪ੍ਰਾਪਤ ਹੋਵੇ, ਉਹਦੇ ਵਿੱਚੋਂ ਤੈਨੂੰ ਸ਼ਰਮਿੰਦਗੀ ਜਾਂ ਬੇਪਤੀ ਦਾ ਮੂੰਹ ਤੱਕਣਾ ਪਵੇ। ਉਹ ਕਰਮ ਕਰ ਜਿਸ ਨਾਲ ਤੂੰ ਸੰਸਾਰ ਦੇ ਅੰਦਰ ਧੌਣ ਉੱਚੀ ਕਰਕੇ ਜੀਉ ਸਕੇ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਮਹਾਰਾਜ ਕਹਿੰਦੇ ਉਹ ਕਰਮ ਜੀਵਨ ਭਰ ਕਦੇ ਵੀ ਨਹੀਂ ਕਰਨਾ ਜਿਸ ਕਰਮ ਨੂੰ ਕਰਨ ਤੋਂ ਬਾਅਦ ਤੈਨੂੰ ਪਛਤਾਉਣਾ ਪਵੇ। ਐਸੇ ਕਰਮ ਦਾ ਲਾਭ ਕੀ ਹੈ?
ਤਾਈ ਤਾਂ ਗਰੀਬ ਨਵਾਜ ਮਹਾਰਾਜ ਨੇ ਸੁਚੇਤ ਕੀਤਾ ਵੀ ਉਹ ਕਰਮ ਜੀਵਨ ਵਿੱਚ ਨਹੀਂ ਕਰਨਾ ਜਿਸ ਕਰਮ ਨੂੰ ਕਰਨ ਤੋਂ ਬਾਅਦ ਸਾਰੀ ਜ਼ਿੰਦਗੀ ਪਛਤਾਵੇ ਵਿੱਚ ਹੀ ਗੁਜ਼ਰ ਜਾਵੇ। ਨੇਕ ਕਰਮ ਕਰ, ਚੰਗੇ ਕਰਮ ਕਰ, ਉਹ ਕਰਮ ਕਰ ਜਿਸ ਦੇ ਵਿੱਚੋਂ ਤੈਨੂੰ ਵੀ ਖੁਸ਼ੀ ਮਿਲੇ ਤੇ ਤੇਰਾ ਆਲਾ ਦੁਆਲਾ ਵੀ ਤੇਰੇ ਕਰਮ ਨੂੰ ਵੇਖ ਕੇ ਖੁਸ਼ ਹੋਵੇ। ਐਸਾ ਕਰਮ ਕਰ ਜਿਸ ਕਰਮ ਦੇ ਵਿੱਚੋਂ ਤੇਰੇ ਸੰਗੀਆਂ ਨੂੰ, ਸਾਥੀਆਂ ਨੂੰ ਵੀ ਕੁਝ ਪ੍ਰਾਪਤੀ ਹੋਵੇ। ਤੇਰੇ ਕਰਮ ਦੇ ਕਰਕੇ ਬਹੁਤ ਸਾਰੇ ਲੋਕ ਸੰਸਾਰ ਤੋਂ ਤਰ ਜਾਣ। ਤੇ ਗੁਰੂ ਪਾਤਸ਼ਾਹ ਮਹਾਰਾਜ ਨੇ ਬਾਣੀ ਵਿੱਚ ਬਚਨ ਵੀ ਆਖਿਆ, ਮਹਾਰਾਜ ਜਦੋਂ ਜ਼ਿਕਰ ਕਰਦੇ ਨੇ ਇਸ ਗੱਲ ਦਾ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ। ਹੁਣ ਇੱਥੇ ਸਿਮਰਨ ਦੀ ਗੱਲ ਆਖੀ ਹੈ। ਸਿਮਰਤਾ ਕਿਹਨੂੰ ਸਿਮਰਨਾ ਹੈ? ਸਿਮਰਨ ਦੀ ਗੱਲ ਆਖੀ ਹੈ ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਜਿਹਨੂੰ ਸਿਮਰਦਿਆਂ, ਜਿਹਨੂੰ ਚੇਤੇ ਕਰਦਿਆਂ। ਸਿਮਰਨਾ ਕੀ ਇੱਕ ਕਰਮ ਕਰਨਾ ਹੈ, ਸਿਮਰਨਾ ਕੀ ਇੱਕ ਕਿਰਿਆ ਕਰਨੀ ਹੈ। ਮਹਾਰਾਜ ਕਹਿੰਦੇ ਜਿਹਨੂੰ ਸਿਮਰਦਿਆਂ ਤੇਰੇ ਆਪਣੇ ਵੀ ਪਾਪ ਨਾਸ਼ ਹੋ ਜਾਂਦੇ ਨੇ। ਜਿਹਨੂੰ ਚੇਤੇ ਕਰਦਿਆਂ ਤੇਰੇ ਆਪਣੇ ਪਾਪ ਖਤਮ ਹੋ ਜਾਂਦੇ ਨੇ, ਨਸ ਜਾਂਦੇ ਨੇ, ਦੂਰ ਚਲੇ ਜਾਂਦੇ ਨੇ। ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਹੋਏ ਉਧਾਰੋ। ਪਿਤਰੀ ਦਾ ਅਰਥ ਹੈ ਤੇਰੇ ਵਡੇਰੇ। ਤੇਰੇ ਵਡੇਰਿਆਂ ਦੀ ਦੁਸ਼ਕਰਮ ਵੀ ਭੁੱਲ ਜਾਣ ਸੰਸਾਰ ਦੇ ਲੋਕਾਂ ਨੂੰ। ਐਸਾ ਕਰਮ ਜੀਵਨ ਵਿੱਚ ਕਰ, ਐਸਾ ਸਿਮਰਨ ਰੱਬ ਦਾ, ਮਾਲਕ ਵਾਹਿਗੁਰੂ ਦਾ ਐਸਾ ਸਿਮਰਨ ਕਰ, ਐਸੇ ਗੁਣ ਇਕੱਤਰ ਕਰ। ਤੇਰੇ ਵਡੇਰਿਆਂ ਦਾ ਜੀਵਨ ਕੀ ਸੀ, ਪਰ ਤੇਰੇ ਕਰਕੇ ਉਹਨਾਂ ਦੀ ਵੀ ਸ਼ੋਭਾ ਹੋਵੇ। ਤੇਰੇ ਵਡੇਰਿਆਂ ਦਾ ਨਾਮ ਲੈ ਕੇ ਤੈਨੂੰ ਲੋਕ ਚੇਤੇ ਕਰਨ ਵੀ ਫਲਾਣੇ ਵਿਅਕਤੀ ਦਾ ਪੜਪੋਤਰਾ ਹੈ, ਫਲਾਣੇ ਵਿਅਕਤੀ ਦਾ ਪੋਤਰਾ ਹੈ, ਫਲਾਣਾ ਸਿੰਘ ਦਾ ਪੋਤਰਾ ਹੈ। ਔਰ ਇਹਨੇ ਬੜਾ ਨਾਮਣਾ ਕਮਾਇਆ ਜੀਵਨ ਵਿੱਚ, ਬੜਾ ਚੰਗਾ ਤੇ ਸੁਚੱਜਾ ਇਖਲਾਕ ਦੁਨੀਆ ਦੇ ਮੰਚ ਤੇ ਇਹਨੇ ਜੀਵਿਆ ਹੈ। ਬੜਾ ਸੋਹਣਾ ਸੁੱਚਾ ਕਿਰਦਾਰ ਇਸ ਦਾ। ਇਸ ਦੇ ਇਖਲਾਕ ਦੀਆਂ ਬਾਤਾਂ ਕਰਨ ਲੱਗੀ ਤੇ ਸ਼ਬਦ ਥੋੜੇ ਪੈ ਜਾਂਦੇ ਨੇ। ਇਹਨੂੰ ਕਹਿੰਦੇ ਕਰਮ ਦੇ ਵਿੱਚੋਂ ਚੰਗਾ ਜੀਵਨ ਉਪਜ ਕੇ ਸਾਹਮਣੇ ਆਇਆ ਤੇ ਵਡਿਆਈ ਸੰਸਾਰ ਦੇ ਲੋਕਾਂ ਨੇ ਕੀਤੀ ਹੈ। ਜਦੋਂ ਬੰਦਾ ਵਡਿਆਈ ਦੀ ਭੁੱਖ ਲਈ ਕਰਮ ਕਰਦਾ ਹੈ ਨਾ, ਉਦੋਂ ਵਡਿਆਈ ਲੋਕ ਨਹੀਂ ਕਰਦੇ। ਜਦੋਂ ਮਨੁੱਖ ਆਪਣੇ ਜੀਵਨ ਦੇ ਨਿਸ਼ਾਨੇ ਨੂੰ ਸਾਹਮਣੇ ਰੱਖ ਕੇ ਕਰਮ ਕਰਦਾ ਹੈ, ਫਿਰ ਕਹਿਣ ਦੀ ਲੋੜ ਨਹੀਂ ਪੈਂਦੀ, ਸੰਸਾਰ ਦੇ ਲੋਕ ਵੀ ਵਡਿਆਈ ਕਰਦੇ ਨੇ। ਭਗਤੀ ਦਾ ਮਾਰਗ ਇੱਕ ਅਜਿਹਾ ਮਾਰਗ ਹੈ ਜਿਸ ਮਾਰਗ ਤੇ ਚੱਲਦਿਆਂ ਕਿਧਰੇ ਵੀ ਵਡਿਆਈ ਦੀ ਭੁੱਖ ਨਹੀਂ ਰੱਖੀ ਦੀ। ਨਾ ਹੀ ਭਗਤ ਜਨਾਂ ਨੇ ਰੱਖੀ ਹੈ। ਕੋਈ ਸਾਨੂੰ ਚੰਗਾ ਕਹਿੰਦਾ ਹੈ, ਕੋਈ ਮਾੜਾ ਕਹਿੰਦਾ ਹੈ। ਕੌਣ ਕਹਿੰਦਾ ਹੈ ਭਗਤ ਨੇ, ਕੌਣ ਕਹਿੰਦਾ ਹੈ ਪਾਪੀ ਲੋਕ ਨੇ, ਕੌਣ ਕਹਿੰਦਾ ਹੈ ਮਾੜੇ ਨੇ, ਕੌਣ ਕਹਿੰਦਾ ਚੰਗੇ ਨੇ। ਇਸ ਗੱਲ ਵੱਲ ਤਾਂ ਖਿਆਲ ਹੀ ਨਹੀਂ ਦਿੱਤਾ। ਦੁਨੀਆ ਦੇ ਲੋਕਾਂ ਦਾ ਨਜ਼ਰੀਆ ਸਾਡੇ ਪ੍ਰਤੀ ਕੀ ਹੈ, ਗੱਲ ਇਹ ਮਾਇਨੇ ਨਹੀਂ ਰੱਖਦੀ। ਅਸੀਂ ਮਾਲਕ ਦੇ ਦਰ ਤੇ ਪ੍ਰਵਾਨ ਹੋਣਾ ਕਿਵੇਂ ਹੋਣਾ ਹੈ, ਇਹ ਗੱਲ ਮਾਇਨੇ ਰੱਖਦੀ ਹੈ। ਅਸੀਂ ਆਪਣੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਵਿੱਚ ਅਭੇਦ ਹੋਣਾ ਹੈ। ਉਹਦੇ ਵਿੱਚ ਅਸੀਂ ਇੱਕ ਮਿਕਤਾ ਕਰਨੀ ਹੈ। ਅਸਲ ਵਿੱਚ ਇਹ ਗੱਲ ਮਾਇਨੇ ਰੱਖਦੀ ਹੈ। ਇਹ ਗੱਲ ਮਾਇਨੇ ਨਹੀਂ ਰੱਖਦੀ ਵੀ ਅਸੀਂ ਭਗਤੀ ਕਰਨ ਵਾਸਤੇ ਤੁਰੇ ਹਾਂ, ਲੋਕ ਸਾਨੂੰ ਮਾੜਾ ਕਹਿੰਦੇ ਨੇ। ਅਕਸਰ ਹੀ ਸੰਸਾਰ ਦਾ ਮਨੁੱਖ ਇੱਥੇ ਉਲਝ ਕੇ ਰਹਿ ਜਾਂਦਾ ਹੈ। ਜਦੋਂ ਬੰਦਾ ਚੰਗੇ ਪਾਸੇ ਨੂੰ ਤੁਰਦਾ ਤੇ ਬਹੁਤ ਸਾਰੇ ਲੋਕ ਉਹਦੀਆਂ ਲੱਤਾਂ ਖਿੱਚਣ ਵਾਸਤੇ ਤੁਰ ਪੈਂਦੇ ਨੇ। ਜੇ ਤਾਂ ਮਨੁੱਖ ਉਹਨਾਂ ਵੱਲ ਹੀ ਤੱਕਦਾ ਰਹੇ ਵੀ ਮੈਨੂੰ ਇਹ ਮਾੜਾ ਕਹਿ ਰਹੇ ਨੇ, ਮੈਨੂੰ ਇਹ ਬੁਰਾ ਕਹਿ ਰਹੇ ਨੇ, ਮੈਨੂੰ ਭਲਾ ਕਹਿ ਰਹੇ ਨੇ। ਇਹ ਦੋਵੇਂ ਤਰ੍ਹਾਂ ਦੇ ਲੋਕ ਦੁਸ਼ਮਣ ਹੁੰਦੇ ਨੇ, ਇੱਕ ਤਾਂ ਵਡਿਆਈ ਕਰਨ ਵਾਲੇ ਤੇ ਇੱਕ ਬੁਰਿਆਈ ਕਰਨ ਵਾਲੇ। ਜਦੋਂ ਮਨੁੱਖ ਕੰਨਾਂ ਨਾਲ ਵਡਿਆਈ ਸੁਣਦਾ ਤੇ ਆਪਣੇ ਮਾਰਗ ਤੋਂ ਉਦੋਂ ਵੀ ਭਟਕ ਜਾਂਦਾ ਹੈ। ਜੋ ਨਹੀਂ ਹੁੰਦਾ ਉਹ ਆਪਣੇ ਆਪ ਨੂੰ ਸਮਝ ਕੇ ਬੈਠ ਜਾਂਦਾ ਹੈ। ਜਦੋਂ ਕੰਨਾਂ ਨਾਲ ਬੁਰਿਆਈ ਸੁਣਦਾ ਤੇ ਉਦੋਂ ਵੀ ਮਨ ਦਾ ਸੰਤੁਲਨ ਗਵਾ ਬੈਠਦਾ ਹੈ। ਜਦੋਂ ਮਨ ਦਾ ਸੰਤੁਲਨ ਹੀ ਗਵਾਚ ਗਿਆ, ਜਦੋਂ ਮਨ ਕਰਕੇ ਬੰਦਾ ਭਟਕ ਗਿਆ ਤੇ ਫਿਰ ਮਾਰਗ ਵੱਲ ਨੂੰ ਕਿੱਧਰ ਤੁਰੇਗਾ, ਕਿਵੇਂ ਤੁਰੇਗਾ? ਆਪਣੀ ਮੰਜ਼ਿਲ ਤਾਂ ਮਿਲੇਗੀ ਨਹੀਂ। ਅਸਲੀ ਨਿਸ਼ਾਨੇ ਤੋਂ ਤੇ ਮਨੁੱਖ ਭਟਕ ਗਿਆ। ਸੰਸਾਰ ਦੇ ਅੰਦਰ ਜੀਵਨ ਜਿਉਂਦਿਆਂ ਕਰਮ ਕਰਦਿਆਂ ਮਹਾਰਾਜ ਕਹਿੰਦੇ ਚੰਗਾ ਕਰਮ ਕਰਨਾ ਹੈ, ਪਰ ਵਡਿਆਈ ਦੀ ਭੁੱਖ ਰੱਖ ਕੇ ਨਹੀਂ।
ਜੇ ਤੂੰ ਵਡਿਆਈ ਦੀ ਭੁੱਖ ਰੱਖ ਕੇ ਕਰੇਂਗਾ ਤੇ ਫਿਰ ਤੇਰਾ ਸਾਰਾ ਕਰਮ ਅਧੂਰਾ ਹੈ। ਲੋਕ ਤੇਰੇ ਬਾਰੇ ਕੀ ਕਹਿੰਦੇ ਨੇ, ਸੰਸਾਰ ਦੇ ਲੋਕ ਤੈਨੂੰ ਕਿਵੇਂ ਦੇਖਦੇ ਨੇ, ਤੇਰੇ ਬਾਰੇ ਨਜ਼ਰੀਆ ਕੀ ਹੈ ਸੰਸਾਰ ਦੇ ਲੋਕਾਂ ਦਾ, ਇਸ ਗੱਲ ਵਿੱਚ ਕਦੇ ਵੀ ਗਵਾਚੀ ਨਾ। ਜੇ ਤੂੰ ਗਵਾਚ ਗਿਓ ਤੇ ਫਿਰ ਆਪਣੀ ਮੰਜ਼ਲ ਤੋਂ ਤੂੰ ਭਟਕ ਚੁੱਕਿਆ ਹੈ। ਖੈਰ, ਸਤਿਗੁਰੂ ਮਹਾਰਾਜ ਨੇ ਇਸੇ ਵਾਸਤੇ ਇੱਕ ਬਾਣੀ ਵਿੱਚ ਬਚਨ ਸਾਡੇ ਸਾਹਮਣੇ ਰੱਖਿਆ। ਮਹਾਰਾਜ ਗਰੀਬ ਨਵਾਜ ਬਖਸ਼ਿਸ਼ ਕਰਦੇ ਨੇ, ਨਾਨਕ ਦੁਨੀਆ ਕੀਆਂ ਵਡਿਆਈਆਂ। ਬੰਦਾ ਤਾਂ ਇਸੇ ਹੀ ਗੱਲ ਵਿੱਚ ਸਾਰੀ ਜ਼ਿੰਦਗੀ ਦੌੜਦਾ ਹੈ, ਮੈਨੂੰ ਲੋਕ ਚੰਗਾ ਆਖਣ। ਗੁਰਦੁਆਰੇ ਜਾ ਕੇ, ਕੋਈ ਧਾਰਮਿਕ ਸਥਾਨਾਂ ਤੇ ਜਾ ਕੇ, ਕੋਈ ਸਮਾਜਿਕ ਤੇ ਜਨਤਕ ਥਾਵਾਂ ਤੇ ਜਾ ਕੇ ਕੋਈ ਐਸਾ ਚੰਗਾ ਕਰਮ ਦਿਖਾਵੇ ਵਾਲਾ ਬੰਦਾ ਕਰਦਾ ਏ, ਲੋਕ ਚੰਗਾ ਕਹਿਣ। ਵੱਡੇ ਵੱਡੇ ਭੰਡਾਰੇ ਕਰ ਦਿੰਦਾ ਹੈ ਬੰਦਾ, ਇਸ ਕਰਕੇ ਕਰਦਾ ਵੀ ਨਾਲੇ ਛਕ ਕੇ ਜਾਣਗੇ ਤੇ ਨਾਲੇ ਕਹਿਣਗੇ ਵੀ ਬੜਾ ਧਨੀ ਬੰਦਾ, ਇਹਨੇ ਬੜਾ ਵੱਡਾ ਕਰਮ ਕੀਤਾ ਹੈ। ਬੜੇ ਬੜੇ ਲੰਗਰ ਲਾ ਦਿੰਦਾ ਹੈ ਬੰਦਾ, ਇਸ ਕਰਕੇ ਹੀ ਕਈ ਵਾਰ ਲਾਉਂਦਾ ਵੀ ਮੈਨੂੰ ਲੋਕ ਕਹਿਣ ਵੀ ਇਸ ਬੰਦੇ ਦੀ ਬੜੀ ਵੱਡੀ ਹੈਸੀਅਤ ਹੈ, ਬੜਾ ਵੱਡਾ ਗੁਣ ਇਹਦੇ ਵਿੱਚ, ਬੜਾ ਵੱਡਾ ਧਰਮੀ ਹੈ, ਇਹਨੇ ਬੜਾ ਵੱਡਾ ਲੰਗਰ ਲਾਇਆ, ਬੜੇ ਲੋਕਾਂ ਦੀ ਭੁੱਖ ਮਿਟਾ ਦਿੱਤੀ ਹੈ। ਸ਼ਾਇਦ ਇਸ ਵਡਿਆਈ ਦੀ ਭੁੱਖ ਦੇ ਨਾਲ ਹੀ ਮਲਕ ਭਾਗੋ ਨੇ ਇਹ ਬੜਾ ਵੱਡਾ ਭੰਡਾਰਾ ਕੀਤਾ ਸੀ, ਇਸੇ ਵਡਿਆਈ ਦੀ ਭੁੱਖ ਦੇ ਨਾਲ। ਔਰ ਉਹਨੇ ਬੜੇ ਬੜੇ ਸਾਧੂ, ਮਹੰਤ, ਸੰਤ, ਫਕੀਰ ਜਿੰਨੇ ਵੀ ਸਭ ਇਕੱਠੇ ਕਰ ਲਏ। ਦੁਨੀਆ ਦਾ ਕੋਈ ਬੰਦਾ ਨਹੀਂ ਰਹਿਣ ਦਿੱਤਾ ਉਹਨੇ ਆਲੇ ਦੁਆਲੇ ਦੇ ਵਿੱਚ। ਜਿੰਨੇ ਧਾਰਮਿਕ ਲੋਕ ਨੇ, ਭਗਤੀ ਕਰਨ ਵਾਲੇ ਨੇ, ਫਕੀਰ ਜਨ ਨੇ, ਸਭਨਾਂ ਨੂੰ ਇਕੱਠਾ ਕਰ ਲਿਆ ਉਹਨੇ। ਜਿੱਥੋਂ ਤੱਕ ਉਹਦੀ ਪਹੁੰਚ ਸੀ ਉਹਨੇ ਸਾਰਿਆਂ ਨੂੰ ਸੱਦੇ ਭੇਜ ਦਿੱਤੇ ਨੇ। ਕਿਉਂ ਭੇਜ ਦਿੱਤੇ ਨੇ? ਮੈਂ ਵੱਡਾ ਭੰਡਾਰਾ ਕਰਾਂਗਾ, ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕਰਾਂਗਾ। ਇਹਨਾਂ ਸਾਧੂ ਜਨਾਂ ਨੇ ਪਤਾ ਨਹੀਂ ਕਿੰਨੀ ਜਗ੍ਹਾ ਤੇ ਘੁੰਮਣਾ ਹੁੰਦਾ ਹੈ। ਜਦੋਂ ਮੇਰੇ ਇਸ ਭੰਡਾਰੇ ਵਿੱਚ ਪਹੁੰਚਣਗੇ, ਲੰਗਰ ਛਕ ਕੇ ਜਾਣਗੇ, ਪਕਵਾਨ ਖਾ ਕੇ ਜਾਣਗੇ, ਜਿਸ ਜਗ੍ਹਾ ਤੇ ਵੀ ਜਾ ਕੇ ਜ਼ਿਕਰ ਕਰਨਗੇ ਔਰ ਇਉਂ ਆਖਣਗੇ ਜਾ ਕੇ, ਮਲਕ ਭਾਗੋ ਨਾਲ ਦਾ ਕੋਈ ਵਿਅਕਤੀ ਨਹੀਂ ਹੈ, ਕਿਉਂਕਿ ਉਹਦੀ ਹੈਸੀਅਤ ਬੜੀ ਵੱਡੀ ਹੈ। ਉਹਨੇ ਬੜਾ ਵੱਡਾ ਭੰਡਾਰਾ ਕੀਤਾ, ਉਹਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਨੇ, ਬੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਉਹਨੇ ਸੱਦਾ ਭੇਜ ਕੇ ਲੋਕਾਂ ਦੇ ਪੇਟ ਦੀ ਤ੍ਰਿਪਤੀ ਕਰਵਾਈ ਹੈ। ਕਿਸ ਵਾਸਤੇ ਐਸਾ ਵੱਡਾ ਖਿਲਾਰਾ ਪਾਇਆ ਜਾ ਰਿਹਾ ਹੈ? ਕਿਉਂਕਿ ਬੰਦਾ ਆਪਣੀ ਵਡਿਆਈ ਦੀ ਕਿਤੇ ਨਾ ਕਿਤੇ ਭੁੱਖ ਜ਼ਰੂਰ ਰੱਖਦਾ ਹੈ। ਇਸ ਵਡਿਆਈ ਦੀ ਭੁੱਖ ਨੇ ਤਾਂ ਮਨੁੱਖ ਨੂੰ ਸਾਰੀ ਜ਼ਿੰਦਗੀ ਉਲਝਾ ਛੱਡਿਆ। ਬੰਦੇ ਦੀ ਸਰੀਰ ਦੀ ਭੁੱਖ ਤਾਂ ਮਿਟ ਜਾਂਦੀ, ਪਰ ਵਡਿਆਈ ਦੀ ਭੁੱਖ ਜਿਹੜੀ ਉਹ ਕਦੇ ਮਿਟਦੀ ਨਹੀਂ। ਬੰਦਾ ਆਪਣੀ ਸ਼ੌਹਰਤ ਦੀ ਭੁੱਖ ਕਦੇ ਮਿਟਾ ਹੀ ਨਹੀਂ ਸਕਦਾ। ਆਪਣੇ ਕੰਨਾਂ ਨਾਲ ਆਪਣੀ ਤਾਰੀਫ ਸੁਣਨ ਵਾਲੀ ਭੁੱਖ ਜਿਹੜੀ ਮਿਟਦੀ ਹੀ ਨਹੀਂ। ਭਾਵੇਂ 1000 ਬੰਦਾ ਇਹਦੀ ਤਾਰੀਫ ਕਰ ਜਾਵੇ, ਪਰ ਫਿਰ ਵੀ ਬੰਦਾ ਕੰਨਾਂ ਨਾਲ ਸੁਣ ਲਈ ਉਤਾਵਲਾ ਰਹਿੰਦਾ, ਬਾਕੀ ਕਿਉਂ ਨਹੀਂ ਕਰ ਰਹੇ। ਇੱਕ ਬੰਦਾ, 4 ਬੰਦੇ, 10 ਬੰਦੇ ਮੇਰੀ ਤਾਰੀਫ ਕਰ ਗਏ ਨੇ, ਪਰ ਕੀ ਕਾਰਨ ਹੈ? ਬਾਕੀ ਲੋਕ ਕਿਉਂ ਨਹੀਂ ਕਰਦੇ? ਇਸ ਕਰਮ ਦੇ ਵਿੱਚ ਬੰਦਾ ਇੰਨਾ ਕੁ ਉਲਝ ਚੁੱਕਿਆ। ਮਹਾਰਾਜ ਆਖਦੇ ਇਹਦੇ ਅੰਦਰ ਦੀ ਜਿਹੜੀ ਵਡਿਆਈ ਵਾਲੀ ਭੁੱਖ ਹੈ ਉਹ ਇਦਾਂ ਨਹੀਂ ਮਿਟਦੀ। ਇਸੇ ਲਈ ਗਰੀਬ ਨਵਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਆਖਦੇ, ਨਾਨਕ ਦੁਨੀਆ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ। ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਇਹਨਾਂ ਨੂੰ ਅੱਗ ਵਿੱਚ ਜਲਾ ਦੇ, ਅੱਗ ਵਿੱਚ ਸਾੜ ਦੇ, ਕਿਉਂਕਿ ਇਹਨਾਂ ਸੜੀਆਂ ਹੋਈਆਂ ਨੇ, ਇਹਨਾਂ ਜਲੀਆਂ ਹੋਈਆਂ ਨੇ। ਤੈਨੂੰ ਮਾਲਕ ਵਾਹਿਗੁਰੂ ਦਾ ਸਿਮਰਨ, ਉਸ ਮਾਲਕ ਵਾਹਿਗੁਰੂ ਦੀ ਬੰਦਗੀ ਤੇ ਇਬਾਦਤ ਤੋਂ ਦੂਰ ਕਰ ਦਿੱਤਾ ਹੈ। ਚੰਗਾ ਕਰਮ ਹੀ ਅਸਲ ਵਿੱਚ ਤੇਰਾ ਇਹਨਾਂ ਨੇ ਖੋਹ ਲਿਆ। ਵਡਿਆਈ ਨੇ ਤੈਨੂੰ ਚੰਗੇ ਕਰਮ ਤੋਂ ਦੂਰ ਕਰ ਦਿੱਤਾ ਹੈ। ਵਡਿਆਈ ਦੀ ਭੁੱਖ ਵਿੱਚ ਬੰਦਾ ਤੂੰ ਉਲਝ ਗਿਆ। ਚੰਗਾ ਕਰਮ ਕਰਨ ਤੁਰਿਆ ਸੀ, ਤੇਰਾ ਰਾਹ ਬੁਰਾਈ ਨੇ ਰੋਕ ਲਿਆ। ਚੰਗੇ ਕਰਮ ਵੱਲ ਨੂੰ ਤੂੰ ਵਧਿਆ ਸੀ, ਵਡਿਆਈ ਦੀ ਭੁੱਖ ਨੇ ਤੇਰਾ ਅੱਗੇ ਰਸਤਾ ਰੋਕ ਕੇ ਤੈਨੂੰ ਹੋਰ ਪਾਸੇ ਨੂੰ ਤੋਰ ਦਿੱਤਾ ਹੈ। ਨਾਨਕ ਦੁਨੀਆ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ। ਇੰਨੀ ਜਲਹੀ ਨਾਮ ਵਿਸਾਰਿਆ, ਇੱਕ ਨਾ ਚੱਲੀਆ ਨਾਲ। ਇਸ ਚੰਗੇ ਕਰਮ ਕਰਨ ਵਾਲੇ ਮਾਰਗ ਤੇ ਚੱਲਦਿਆਂ ਚੱਲਦਿਆਂ ਵਡਿਆਈ ਵਾਲੀ ਇੱਕ ਵੀ ਗੱਲ ਤੇਰੇ ਨਾਲ ਨਹੀਂ ਤੁਰੇਗੀ। ਕਿਸੇ ਦੇ ਗੁਣ ਬਾਰੇ ਕੁਝ ਕਹਿ ਦੇਣਾ ਵੀ ਇਸ ਮਨੁੱਖ ਵਿੱਚ ਆਹ ਗੁਣ ਹੈ, ਔਰ ਵਧੀਆ ਗੱਲ ਹੈ, ਇਹ ਗੁਣ ਦੀ ਵਰਤੋਂ ਕਰੇ, ਇਸ ਗੁਣ ਨੂੰ ਅੱਗੇ ਵੰਡ ਦੇਵੇ, ਇਸ ਗੁਣ ਨੂੰ ਸਮਾਜ ਵਿੱਚ ਪ੍ਰਚਲਿਤ ਕਰ ਦੇਵੇ, ਇਹ ਤਾਂ ਗੱਲ ਚੰਗੀ ਹੈ।
ਪਰ ਉਸ ਮਨੁੱਖ ਦੇ ਬਾਰੇ ਅਤ ਕਥਨੀ ਅਲੰਕਾਰ ਵਰਤ ਕੇ ਇਉਂ ਕਹਿ ਦੇਵੇ ਵੀ ਤੇਰੇ ਵਰਗਾ ਤਾਂ ਸੰਸਾਰ 'ਚ ਕੋਈ ਨਹੀਂ ਹੈਗਾ। ਪਰ ਕਮਾਲ ਦੀ ਗੱਲ, ਉਸ ਬੰਦੇ ਦਾ ਮਿਸ਼ਨ ਫੇਲ ਹੋ ਜਾਵੇਗਾ। ਉਹ ਆਪਣੇ ਮਿਸ਼ਨ ਵਿੱਚ ਕਦੇ ਸਫਲ ਨਹੀਂ ਹੋਵੇਗਾ, ਕਿਉਂਕਿ ਜੋ ਨਹੀਂ ਸੀ ਉਹਨੂੰ ਉਹ ਬਣਾ ਕੇ ਪੇਸ਼ ਕੀਤਾ ਗਿਆ। ਉਸ ਬੰਦੇ ਨੇ ਸੁਣਦਿਆਂ ਭਰਮ ਪਾਲ ਲਿਆ ਕਿ ਦੁਨੀਆ ਦੇ ਲੋਕ ਤਾਂ ਮੈਨੂੰ ਕਹਿੰਦੇ ਵੀ ਤੇਰੇ ਵਰਗਾ ਹੈ ਹੀ ਕੋਈ ਨਹੀਂ। ਉਹਨੇ ਜੋ ਬਣਨਾ ਸੀ ਉਹ ਬਾਣੀ ਹੀ ਨਾ ਪਾਇਆ। ਅਕਸਰ ਹੀ ਕਿਧਰੇ ਘਰ ਵਿੱਚ ਛੋਟੇ ਬੱਚੇ ਨੂੰ ਜਦੋਂ ਤੁਸੀਂ ਕਹਿੰਦੇ ਰਹੋਗੇ ਨਾ ਵੀ ਤੇਰੇ ਵਰਗਾ ਤਾਂ ਕੋਈ ਵੀ ਨਹੀਂ, ਦੁਨੀਆ 'ਚ ਹੀ ਕੋਈ ਨਹੀਂ, ਤੂੰ ਤਾਂ ਬੜਾ ਹੀਰਾ ਹੈ, ਤੂੰ ਤੇ ਬੜਾ ਚੰਦ ਵਰਗਾ ਹੈ, ਤੂੰ ਤੇ ਬੜਾ ਸੋਹਣਾ ਹੈ, ਤੇ ਕਿਤੇ ਨਾ ਕਿਤੇ ਸਾਡਾ ਬੱਚਾ ਇਹ ਭਰਮ ਪਾਲ ਕੇ ਬਾਕੀ ਬੱਚਿਆਂ ਨੂੰ ਨਫ਼ਰਤ ਕਰਨ ਲੱਗ ਪੈਂਦਾ ਹੈ। ਐਸਾ ਭਰਮ ਪਾਲ ਕੇ ਮੇਰੀ ਮਾਂ ਤਾਂ ਕਹਿੰਦੀ ਤੂੰ ਚੰਦ ਵਰਗਾ ਹੈ, ਮੇਰੀ ਮਾਂ ਤਾਂ ਕਹਿੰਦੀ ਹੈ ਵੀ ਤੇਰਾ ਮੁਖੜਾ ਹੀ ਬੜਾ ਸੋਹਣਾ ਹੈ। ਬਾਹਰ ਕਿਧਰੇ ਕੋਈ ਬੱਚਾ ਉਹਨੂੰ ਮਜ਼ਾਕ ਨਾਲ ਵੀ ਕਹਿ ਦੇਵੇ ਨਾ ਕੁਝ, ਉਹ ਬੱਚਾ ਰੋਵੇਗਾ, ਕਲਪੇਗਾ, ਚੀਕਾਂ ਮਾਰੇਗਾ। ਕਿਉਂ ਮਾਰੇਗਾ? ਕਿਉਂਕਿ ਇਹ ਬੱਚਾ ਮੇਰੇ ਬਾਰੇ ਬੁਰਾ ਬੋਲ ਰਿਹਾ, ਮੇਰੀ ਮਾਂ ਕਹਿੰਦੀ ਹੈ ਚੰਦ ਵਰਗਾ ਹੈ। ਕਿਤੇ ਨਾ ਕਿਤੇ ਉਸ ਬੱਚੇ ਦੇ ਮਾਈਂਡ ਦੇ ਵਿੱਚ, ਉਹਦੀ ਸੁਰਤ ਵਿੱਚ ਇਹ ਗੱਲ ਘਰ ਕਰ ਗਈ ਹੈ ਵੀ ਤੇਰੇ ਵਰਗਾ ਦੁਨੀਆ 'ਚ ਕੋਈ ਨਹੀਂ। ਕਾਸ਼ ਜੇ ਮਾਂ ਇੰਨੀ ਕੁ ਹਦਾਇਤ ਦਿੰਦੀ ਵੀ ਬੱਚਿਆ ਤੂੰ ਸੋਹਣਾ ਜ਼ਰੂਰ ਹੈ, ਪਰ ਤੇਰੇ ਵਰਗੇ ਹੋਰ ਬਹੁਤ ਸੋਹਣੇ ਸੰਸਾਰ ਦੇ ਅੰਦਰ ਹੈ। ਉਸ ਬੱਚੇ ਨੂੰ ਪਹਿਲਾਂ ਹੀ ਉਹਦਾ ਮਾਈਂਡ ਸੈੱਟ ਹੋ ਜਾਂਦਾ। ਤੂੰ ਸੁੰਦਰ ਬੜਾ ਹੈ, ਪਰ ਪੁੱਤਰ ਮੇਰੇ ਵਾਸਤੇ ਸੁੰਦਰ ਹੈ ਤੂੰ, ਮੇਰੇ ਵਾਸਤੇ ਚੰਦਰਮਾ ਵਰਗਾ ਹੈ ਤੂੰ। ਪਰ ਹਜ਼ਾਰਾਂ ਬੱਚੇ ਮਾਵਾਂ ਦੇ ਜਿਹੜੇ ਨੇ ਉਹ ਤੇਰੇ ਵਰਗੇ ਹੀ ਨੇ। ਆਪਣੀਆਂ ਉਹਨਾਂ ਦੀਆਂ ਮਾਵਾਂ ਵੀ ਉਹਨਾਂ ਨੂੰ ਚੰਦਰਮਾ ਦੇ ਨਾਲ ਤੁਲਨਾ ਦਿੰਦੀਆਂ ਨੇ। ਉਹਨਾਂ ਨੂੰ ਕਹਿੰਦੀਆਂ ਮੇਰਾ ਪੁੱਤ ਹੀਰਾ ਏ, ਮੇਰਾ ਪੁੱਤ ਸੋਨੇ ਵਰਗਾ ਏ, ਮੇਰਾ ਪੁੱਤ ਚੰਦ ਵਰਗਾ ਏ। ਹਰ ਮਾਂ ਆਪਣੇ ਬੱਚੇ ਨੂੰ ਇਹ ਹਦਾਇਤ ਕਰਦੀ ਏ, ਬੱਚਿਆ ਕਿਧਰੇ ਭੁਲੇਖਾ ਨਾ ਪਾਲ ਲਵੀਂ। ਪਰ ਜਦੋਂ ਮਾਂ ਨੇ ਇਹ ਆਖਿਆ ਪੁੱਤ ਤੇਰੇ ਵਰਗਾ ਹੈ ਹੀ ਕੋਈ ਨਹੀਂ, ਉਹ ਬੱਚਾ ਇਸ ਭਰਮ ਦਾ ਸ਼ਿਕਾਰ ਹੋ ਗਿਆ। ਜਾਂ ਤਾਂ ਫਿਰ ਉਹ ਲੜਾਈਆਂ ਵੱਲ ਨੂੰ ਤੁਰ ਪੈਂਦਾ ਹੈ, ਝਗੜੇ ਕਰਨ ਵੱਲ ਤੁਰ ਪੈਂਦਾ ਹੈ, ਕ੍ਰੋਧੀ ਸੁਭਾਅ ਬਣਾ ਲੈਂਦਾ ਹੈ, ਔਰ ਉਹ ਮਨ ਕਰਕੇ ਸੁਰਤ ਕਰਕੇ ਕਲਪਦਾ ਹੈ ਵੀ ਮੈਨੂੰ ਲੋਕ ਸਾਰੇ ਹੀ ਇਉਂ ਕਹਿਣ ਵੀ ਤੂੰ ਚੰਦ ਵਰਗਾ ਹੈ। ਇਹ ਲੋਕ ਕਿਉਂ ਨਹੀਂ ਮੈਨੂੰ ਕਹਿੰਦੇ? ਮੈਨੂੰ ਤਾਂ ਮੇਰੀ ਮਾਂ ਨੇ ਆਖਿਆ ਵੀ ਤੇਰੇ ਵਰਗਾ ਕੋਈ ਹੈ ਹੀ ਨਹੀਂ। ਸੱਚਮੁੱਚ ਏਦਾਂ ਹੀ ਧਰਮ ਦੀ ਦੁਨੀਆ ਵਿੱਚ ਬੰਦਾ ਜਦੋਂ ਇੱਕ ਵਾਰੀ ਚੰਗਾ ਕਰਮ ਕਰ ਦੇਵੇ ਔਰ ਚੰਗਾ ਕਰਮ ਕਰਕੇ ਉਹ ਸੱਚ ਦੇ ਮਾਰਗ ਵੱਲ ਨੂੰ ਤੁਰ ਪਵੇ ਤੇ ਲੋਕ ਕਹਿਣ 5, 7, 10 ਲੋਕ ਇਕੱਠੇ ਹੋ ਕੇ ਕਹਿਣ ਵੀ ਤੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ। ਤੇ ਅਜੇ ਤਾਂ ਬੰਦਾ ਸਿਰਫ ਤੁਰਿਆ ਹੀ ਸੀ, ਉਹਨੇ ਭੁਲੇਖਾ ਪਾੜ ਲਿਆ ਵੀ ਮੇਰੇ ਵਰਗਾ ਥੋੜੀ ਕੋਈ ਹੈਗਾ। ਜਿੱਥੋਂ ਤੱਕ ਪਹੁੰਚਣਾ ਸੀ ਪਹੁੰਚ ਨਹੀਂ ਸਕਿਆ, ਉਲਝ ਗਿਆ ਬਸ ਰਸਤੇ ਦੇ ਵਿੱਚ ਹੀ। ਕਿਉਂਕਿ ਵਡਿਆਈ ਕਰ ਦਿੱਤੀ ਹੈ ਨਾ, ਜਿਹੜੀ ਫੋਕੀ ਵਡਿਆਈ ਹੈ, ਜਿਹੜੀ ਫੋਕੀ ਸ਼ੌਹਰਤ ਹੈ, ਉਹਦੇ ਵਿੱਚ ਜਦੋਂ ਬੰਦਾ ਉਲਝ ਜਾਵੇ ਉਹਦਾ ਮਿਸ਼ਨ ਫੇਲ ਹੋ ਜਾਂਦਾ ਹੈ। ਉਹ ਕਦੀ ਵੀ ਆਪਣੀ ਮੰਜ਼ਿਲ ਤੇ ਨਹੀਂ ਪਹੁੰਚਦਾ। ਸਤਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਆਖਦੇ, ਗਰੀਬ ਨਵਾਜ ਪਾਤਸ਼ਾਹ ਜੀ ਨੇ ਬਾਬਾ ਫਰੀਦ ਸਾਹਿਬ ਭਗਤ ਸ਼ੇਖ ਫਰੀਦ ਜੀ ਦੀ ਰਸਨਾ ਦੁਆਰਾ ਜਿਹੜੇ ਬਚਨ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਕੀਤੇ ਨੇ। ਅੱਜ ਮੈਂ ਆਪ ਜੀ ਨਾਲ 19 ਨੰਬਰ ਸ਼ਲੋਕ ਦੀ ਸਾਂਝ ਪਾਈ ਹੈ। ਇਸ ਸ਼ਲੋਕ ਵਿੱਚ ਫਰੀਦ ਸਾਹਿਬ ਕਹਿੰਦੇ ਨੇ, ਇੰਨੀ ਨਿੱਕੀ ਜੰਗੀ ਹੈ। ਇਹ ਸੰਸਕ੍ਰਿਤ ਦਾ ਸ਼ਬਦ ਹੈ ਜੰਗ। ਜੰਗ ਦਾ ਅਰਥ ਹੁੰਦਾ ਹੈ ਗੋਡਿਆਂ ਤੋਂ ਹੇਠਲਾ ਭਾਗ ਅਤੇ ਗਿੱਟਿਆਂ ਤੋਂ ਉੱਪਰਲਾ ਭਾਗ। ਸਰੀਰ ਦੇ ਇੰਨੇ ਪਾਰਟ ਨੂੰ ਜੰਗ ਕਹਿੰਦੇ ਨੇ, ਜੰਗੀ ਹੈ। ਜੰਗੀ ਹੈ ਦਾ ਅਰਥ ਹੈ ਉਹ ਟੰਗਾਂ, ਲੱਤਾਂ, ਜਿਨ੍ਹਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਤੂੰ ਪੂਰੀ ਦੁਨੀਆ ਨੂੰ ਗਾਹ ਦਿੱਤਾ। ਫਰੀਦ ਸਾਹਿਬ ਸਾਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੇ ਨੇ ਵੀ ਵੇਖ ਭਾਈ, ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਤੂੰ ਪੂਰੀ ਦੁਨੀਆ ਗਾਹ ਦਿੱਤੀ ਹੈ, ਸਾਰਾ ਸੰਸਾਰ ਤੁਰ ਕੇ ਤੂੰ ਗਾਹ ਦਿੱਤਾ ਹੈ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਾਲ ਡੂੰਗਰ ਭਵਿਓਮ। ਡੂੰਗਰ ਕਹਿੰਦੇ ਨੇ ਉੱਚਾ ਤੇ ਨੀਵਾਂ ਰਸਤਾ, ਪਹਾੜੀ ਰਸਤੇ, ਵੱਡੀਆਂ ਵੱਡੀਆਂ ਉੱਚੀਆਂ ਚੋਟੀਆਂ ਨੂੰ ਤੂੰ ਸਰ ਕਰ ਲਿਆ। ਥਲ ਕਹਿੰਦੇ ਨੇ ਧਰਤੀ, ਧਰਤੀ ਦਾ ਮੈਦਾਨੀ ਇਲਾਕਾ ਵੀ ਤੂੰ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਗਾਹ ਲਿਆ। ਵੱਡੇ ਵੱਡੇ ਪਹਾੜਾਂ ਪਰਬਤਾਂ ਦੀਆਂ ਤੂੰ ਸੈਰਾਂ ਕਰ ਲਈਆਂ। ਕਿਉਂਕਿ ਇਸ ਸ਼ਲੋਕ ਦੀ ਜਿਹੜੀ ਲੜੀ ਹੈ ਪਹਿਲੇ ਸ਼ਲੋਕ ਦੇ ਨਾਲ ਜੁੜਦੀ ਹੈ, ਜਿਸ ਦੀ ਆਪਾਂ ਵਿਚਾਰ ਕੱਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਤੁਸ਼ ਬੁੱਧੀ ਮੁਤਾਬਕ ਕੀਤੀ ਸੀ। ਪਿਛਲੇਰੇ ਸ਼ਲੋਕ ਵਿੱਚ ਫਰੀਦ ਸਾਹਿਬ ਕਹਿੰਦੇ ਸੀ
जंगल जंगल क्या भवें बण कंडा मोड़े, वसी रब हरियाली है जंगल क्या ढूंढे। भी हिरदे च तां रब वसदा, जंगलां विच किधर लभदा। अज फरीद साहब जी ने अगलेरे सलोक की जिहड़ी विचार दित्ती है भी तू निक्कियां निक्कियां लत्तां नाल बन, जंगल थल परबत पहाड़ डूंघियां खाइयां उच्चे उच्चे परबत, इन्हां निक्कियां निक्कियां लत्तां दे नाल तू सैर कर आया। बड़ा भटकिया तू, बड़ी दूर दराडे घुम आया तू। ते अज फरीदा कूजड़ा सै कोहां थी ओम, कहण लगे भी हुण तां शरीर बिरध हो गया। अखरी अर्थ शरीर बजुर्ग हो गया है। अज फरीदा कूजड़ा छोटा जिहा कुजा, छोटा जिहा बर्तन तेरे नेड़े पिया है, थोड़ी क दूरी ते है। सै कोहां थी ओम, हुण तैनूं सोख 100 कोह ते पिया नजरी पैंदा है, क्योंकि तेरे शरीर दे अंदर वो बल नहीं रहा जिस बल दे नाल तू पहलों बड़े बड़े पहाड़ां परबतियां दियां सैरां करके आ गया सी। इहने अखरी अर्थ। फरीद साहब कहंदे भी तू इन्नी सैर करदा है, इन्ना क घुमदा है, इन्ना क घुमदा है तू कि भाव सारा संसार इन्हां लत्तां दे नाल तू गाह सकदा है, पूरी दुनिया घुम सकदा है। और घुमदा भी है, जांदा भी है। और जिन्ना क तू घुम चुकिया है जां जिन्ना क तू घुम रहा है, ये सारा कुछ तेरे अंतर आत्मे चो यह दर्शाउंदा है कि तू दुनिया ते घुम सकदा, पर जदों ऐसा समा तेरे ते आउंदा है, बिरध अवस्था आउंदी है, वो नेड़े पिया होया लोटा भी तेनू 100 कोह ते नजरी पवेगा। भाव तेरे अंदर हिम्मत नहीं होवेगी नेड़े होके उन्होंने पकड़ लैण दी, वो बल तेरे अंदर नहीं होवेगा, वो तू कमजोर हो जावेगा, निर्बल ते खीन हो जावेगा। भगती दा एक वक्त है, माफ करना गुरु के प्यारिओ, जिहड़ा असीं अपने आप विच नियत कीता होया, उस वक्त नूं असीं भगती दा वक्त कहने आ, बंदगी दा वक्त कहने आ, रब दी इबादत दा वक्त कहने आ। वो है सवेर दा टाइम। अजे कि महाराज दी बाणी ने नहीं आख्या भी भगती दा कोई वक्त हुंदा जां टाइम हुंदा है। गरीब नवाज ते बाणी विच कहंदे ने, जे वेला वक्त विचारीए तां कित वेला भगत होए। भी जे तां तू वेला वक्त विचार के ही बंदगी करनी है, भगती करनी है, ते फिर भगती दा वक्त थोड़ा कोई हैगा। की पता तेरे कदों साह प्राण खत्म हो जाण। तू नियत करदा बंदगी दा समा, मैं कल नूं करांगा, परसों नूं करांगा, चौथे करांगा, महीने बाद करांगा, 2 महीने बाद करांगा। बहुत सारे लोग इउं ही आखदे ने, तुसीं किसे नूं कह के देख लेना भी छड्ड हुण तू बड़ा हो गया, बड़ा कुछ तू कर लिया जिंदगी दे विच, चल खंडे बाटे दी पौल लै बाणी पढ़िया कर, कहंदा रुक जो अजे समा नहीं है। भी तेरे कोल किहड़ी ऐसी लिखत है भी तेरे कोल समा नियत कीता होया है? तेरे कोल किहड़ा ऐसा प्रूफ है, कोई ऐसा डॉकूमेंट लैके तुरया फिरदा भी भाई इस वक्त मैं ये सारा कुछ छड्ड देना, उस तो बाद अगला कर्म आरंभ करांगा। गुरु पातशाह महाराज जी ने सानू इउं समझाया, क्या बिसासा इस भांडे का इतनक लागे ठनका। भी कच्चे भांडे नूं ठोकर लगी ते टुट गया, की पता उहदा कदों टुट जावे। कच्चे भांडे दा की विश्वास हुंदा है, कच्चे भांडे दी की बुनियाद हुंदी है, कदों को ठोकर लगदी ते कदों तिड़क जांदा है। शरीर नूं महाराज दी बाणी ने कच्चा भांडा आख्या। महाराज कहंदे इस कच्चे भांडे दे दावे ना कर, तूं ये कच्चा भांडा है, पता नहीं कदों तिड़क जावे, कदों इनू ठोकर लगी ते कदों इनू माड़ी मोट रता मात्र राई मात्र भी ठोकर लग गई ते ओ जांदा रहा। जिस भांडे दा तू मान करदा है, जिस भांडे दियां तो मोहलतां बन के दसदा भी हुण नहीं मैं कर सकदा, ठहर के करांगे, अजे बच्चियां दे विआह कर लईए, पोतियां दे विआह कर लईए। पता नहीं बंदा कित्थों तक जाके ये गल्लां करदा है। माफ करना, मैं अर्ज कर रहा सी, भगती दा ते धर्म कमाउण दा कोई वक्त नहीं हुंदा। भगती ते धर्म बंदे दे बचपन तो लैके ते आखिरी साहां तक ही निभना चाहिदा है। और असी समा डिवाइड कर लिया भी पहली उम्र जिहड़ी वो खाण पीण दी है, दूजी जिहड़ी है भजन नसण दी है, तीजी जिहड़ी है खेडण मल्लण दी ते अपनियां मन मस्तियां करन दी है, चौथी उम्र जिहड़ी है काम कार दी है, ते पंजवीं जाके फिर
बुढ़ापे वाल नूं लै जांदी खिच के। कदों बंदे ने धर्म कमाया? किहड़ा वक्त सी जदों जिंदगी च धर्म कमाउणा सी? महाराज ने बाणी विच बड़ा सोहना माझ राग दी जिहड़ी वार है उहदे विच गुरु नानक साहब सच्चे पातशाह जी ने बड़ा खोल के खुलासा कीता इस गल दा। पहले प्यार लगा थण दुध, जन्म होया ते दुध दे नाल प्यार बन गया, मां दे दुध नाल प्यार बनिया। तुसीं देखी जाना भी भगती दा समा किहड़ा बंदे दे जीवन विच। पहले प्यार लगा थण दुध, दूजे माए बाप की सुध, तीजे भया भाभी बेब, चौथे प्यार उपन्नी खेड, पंजवें खाण पीण की धात, छेवें काम न पुछे जात, सतवें संज किया घर वास, अठवें क्रोध हुआ तन नास, नौवें धौले उबे सा, दसवें दद्दा हुआ स्वा, गैस गीत पुकारी धा, उड्या हंस दसाए राह। महाराज कहंदे ये 10 स्टैप तेरे जीवन विच आए ने, ये 10 पड़ाव तेरे जीवन विच आए ने। इन्हां 10 अवस्थावां दे विच किधरे भी तू रब दी बंदगी दी गल नहीं कीती। गैस गीत पुकारी ता, महाराज कहंदे पहला तां मां दा दुध, उहदे नाल प्यार बनिया तेरा। दूजे माए बाप की सुध, मां बाप का पता लगा, उन्हां नाल प्यार बन गया। तीजे भैया भाभी बेब, तीजे दे विच जाके भैन भरावां रिश्तेदारां दा पता लगा, उन्हां नाल प्यार बन गया। चौथे प्यार उपन्नी खेड, चौथी अवस्था विच खेडण दा, कुद्दण दा, भज्जण नੱਠਣ दा चाओ मन विच पैदा हो गया। पंजवें खाण पीण की धात, पंजवें पड़ाव दे विच जाके तेरा खाण पीण दा शौक जाग पिया। छेवें काम न पुछे जात, छेवें पड़ाव दे विच जाके तू कामी हो गए हो, तेरे मन विच कई तरह के विकार पैदा हो गए। सतवें संज किया घर वास, सतवीं पड़ाव विच जाके तू ये सोचा भी चलो हुण कुछ ना कुछ इकत्तर करिए, घर बनाइए, जिम्मेवारियां वाल नूं ध्यान दिता तू। अठवें क्रोध हुआ तन नास, जेड़ा किधरे तेरे मन विच सुरत विच ये सी भुलेखा सी मेरे वर्गा है ही कोई नहीं, वह भी हुण शरीर ढलना शुरू हो गया। नौवें धौले उबे सा, नौवें पड़ाव विच जाके तेरे केस भी चिट्टे होण लगे ते हुण साह भी औखे औखे लैण लग पिया। महाराज कहंदे 10वें दद्दा हुआ स्वा, 10वें पड़ाव दे विच तां बस तू राख बन गए हो, मिट्टी बन गए हो, कुछ भी ना पल्ले। इन्हां 10 पड़ावां दे विच बंदे ने कदों चेते कीता भला? ते अक्सर ये हुंदा भी बंदा जदों मरण दे किनारे हुंदा ना ते उहदे कोल लिया के एक माला रख दिंदे, आ ले भाई तू जप्या कर, तेरे काम आऊगा अगे जाके। कित्थे काम आऊगा भला? मरण किनारे तो पिया ते तुसीं कहने उहनूं जपजी साहब दा पाठ सुणा दिओ, तुसीं कहने उहदे कोले माला फेरो, तुसीं कहने उहदे कोले कीर्तन कर दिओ। ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਜਪਜੀ ਸਾਹਿਬ ਦਾ ਪਾਠ ਨਹੀਂ ਸੁਣਿਆ, ਹੁਣ ਮਰਨ ਦੇ ਕਿਨਾਰੇ ਆਇਆ ਤਾਂ ਉਹਨੂੰ ਪਾਠ ਕੀ ਸੁਣਾ ਦਿਓ? ਕੌਣ ਸੁਣੇਗਾ ਪਾਠ? ਉਹਦਾ ਤਾਂ ਕੋਈ ਨਾਤਾ ਹੀ ਨਹੀਂ, ਉਹਦਾ ਤਾਂ ਕੋਈ ਤਾਲੁਕ ਹੀ ਨਹੀਂ ਪਾਠ ਦੇ ਨਾਲ, ਉਹਦਾ ਤਾਂ ਦੂਰ ਦਾ ਵੀ ਕੋਈ ਵਾਹ ਵਾਸਤਾ ਨਹੀਂ ਹੈ ਬਾਣੀ ਦੇ ਨਾਲ। ਉਹਨੂੰ ਕੀ ਸੁਣਾਉਣਾ ਚਾਹੁੰਦੇ ਉਹਨੂੰ? ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਦੱਸਿਆ, ਗਰੀਬ ਨਵਾਜ ਕਹਿੰਦੇ ਵੀ ਭਾਈ ਜਿੰਨਾ ਕੁ ਸਮਾਂ ਤੇਰੇ ਕੋਲ ਹੈ ਇਸ ਸਮੇਂ ਦੀ ਕਦਰ ਕਰ ਤੇ ਸੰਭਾਲ ਕਰ, ਸਮੇਂ ਦੀ ਵੇਖ, ਬੁਢਾਪੇ ਦੇ ਸਮੇਂ ਤੂੰ ਕੁਝ ਨਹੀਂ ਕਰ ਸਕਦਾ। ਬੁਢਾਪੇ ਦੇ ਵਿੱਚ ਤਾਂ ਤੇਰੇ ਕੋਲੋਂ ਆਪਣਾ ਆਪ ਲੈ ਕੇ ਨਹੀਂ ਤੁਰਿਆ ਜਾਣਾ, ਬਜ਼ੁਰਗੀ ਦੇ ਵਿੱਚ ਤਾਂ ਤੂੰ ਆਪਣਾ ਆਪ ਸੰਭਾਲ ਕੇ ਨਹੀਂ ਤੁਰ ਸਕਦਾ। ਸੁਚੇਤ ਕੀਤਾ ਦੁਨੀਆ ਦੇ ਹਰ ਮਨੁੱਖ ਨੂੰ, ਭਾਵੇਂ ਕਿ ਜਿਹੜੇ ਗੁਰਮੁਖ ਜਨ ਹੁੰਦੇ ਨੇ ਉਹ ਸਰੀਰਕ ਤੌਰ ਤੇ ਭਾਵੇਂ ਬਜ਼ੁਰਗ ਹੋ ਜਾਂਦੇ ਪਰ ਉਹਨਾਂ ਦਾ ਅੰਤਰ ਆਤਮਾ ਬਲਵਾਨ ਰਹਿੰਦਾ ਹੈ। ਅਜਿਹੀਆਂ ਮਿਸਾਲਾਂ ਇਤਿਹਾਸ ਵਿੱਚੋਂ ਸਾਨੂੰ ਬਹੁਤ ਮਿਲ ਜਾਣਗੀਆਂ। ਬੁਢਾਪੇ ਦੇ ਸਮੇਂ ਬਾਬਾ ਦੀਪ ਸਿੰਘ ਹੱਥ ਵਿੱਚ ਖੰਡਾ ਚੁੱਕਦੇ ਨੇ। ਬੁਢਾਪੇ ਦੇ ਸਮੇਂ ਸਰਦਾਰ ਸ਼ਾਮ ਸਿੰਘ ਅਟਾਰੀ ਸਭਰਾਉਂ ਦੇ ਮੈਦਾਨ ਵਿੱਚ ਹੱਥ ਵਿੱਚ ਤਲਵਾਰ ਲੈ ਕੇ ਪਹੁੰਚਦੇ ਨੇ। ਬੁਢਾਪੇ ਦੇ ਸਮੇਂ ਬਹੁਤ ਸਾਰੇ ਐਸੇ ਸੂਰਬੀਰ, ਇਹ ਸਰੀਰ ਦਾ ਬੁਢਾਪਾ ਹੈ, ਸਰੀਰ ਦੇ ਬੁਢਾਪੇ ਦੇ ਵਿੱਚ ਵੀ ਘੋੜੇ ਦੀਆਂ ਵਾਗਾਂ ਫੜ ਕੇ ਮਾਰ ਕੇ ਪਲਾਕੀ ਰਕਾਬਾਂ ਦੇ ਵਿੱਚ ਪੈਰ ਦੇ ਕੇ ਹਵਾ ਨਾਲ ਮੇਲ ਖਾਂਦੇ ਨੇ ਉਹ ਬਜ਼ੁਰਗ ਜਿਨ੍ਹਾਂ ਦਾ ਅੰਤਰ ਆਤਮਾ ਬੜਾ ਮਜ਼ਬੂਤ ਸੀ। ਤੋ ਇਸੇ ਲਈ ਮਹਾਰਾਜ ਨੇ ਸਾਨੂੰ ਚੰਗੇ ਕਰਮ ਵੱਲ ਨੂੰ ਤੋਰਿਆ। ਜਦੋਂ ਬੰਦਾ ਚੰਗਾ ਕਰਮ ਕਰਦਾ ਤੇ ਅੰਦਰੋਂ ਮਜ਼ਬੂਤ ਹੁੰਦਾ ਹੈ, ਅੰਦਰੋਂ ਖੁਸ਼ੀ ਮਿਲਦੀ ਹੈ।
ਅੰਦਰ ਵੀ ਸਟਰੋਂਗ ਹੁੰਦਾ ਹੈ, ਅੰਤਰ ਆਤਮੇ ਕਰਕੇ ਬੰਦਾ ਬਲਵਾਨ ਹੁੰਦਾ ਹੈ। ਤੇ ਜਦੋਂ ਅੰਦਰ ਬਲਵਾਨ ਹੋਵੇ ਨਾ, ਤੇ ਸਰੀਰ ਭਾਵੇਂ ਕਮਜ਼ੋਰ ਵੀ ਹੋਵੇ, ਉਦੋਂ ਬੰਦਾ ਹੌਸਲਾ ਨਹੀਂ ਛੱਡਦਾ। ਤੇ ਜਦੋਂ ਸਰੀਰ ਬੜਾ ਤਕੜਾ ਦਿਸਦਾ ਹੋਵੇ ਪਰ ਅੰਦਰੋਂ ਕਮਜ਼ੋਰ ਹੋਵੇ ਬੰਦਾ, ਉਦੋਂ ਬੰਦਾ ਹੌਸਲਾ ਤਿਆਗ ਦਿੰਦਾ, ਛੱਡ ਜਾਂਦਾ ਹੈ। ਦੁਨੀ ਚੰਦ ਵਰਗਿਆਂ ਦੇ ਸਰੀਰ ਬੜੇ ਤਕੜੇ ਸਨ, ਪਰ ਅੰਦਰ ਹੌਸਲਾ ਨਹੀਂ ਬਣਿਆ। ਸਰੀਰ ਕਰਕੇ ਬੰਦੇ ਦੁਨੀਆ ਵਿੱਚ ਬਹੁਤ ਤਕੜੇ ਤਕੜੇ ਹੋਣਗੇ, ਬਲ ਵਾਲੇ ਹੋਣਗੇ, ਪਰ ਹੌਸਲਾ ਕਿੱਥੋਂ ਲੈ ਕੇ ਆਉਣਾ? ਹੌਸਲਾ ਤਾਂ ਗੁਰੂ ਪਾਤਸ਼ਾਹ ਦੀ ਬਾਣੀ ਦਿੰਦੀ ਹੈ। ਹੌਸਲਾ ਤੇ ਦ੍ਰਿੜਤਾ, ਅਕੀਦਾ, ਵਿਸ਼ਵਾਸ, ਚੜ੍ਹਦੀ ਕਲਾ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ। ਮਾੜੇ ਮਾੜੇ ਤੇ ਪਤਲੇ ਪਤਲੇ ਸਰੀਰਾਂ ਵਾਲੇ ਹਵਾ ਵਿੱਚ ਉਡਾਰੀਆਂ ਲਾ ਲਾ ਕੇ, ਮੋਢਿਆਂ ਤੇ ਢਾਲਾਂ ਪਾ ਕੇ ਤੇ ਤਲਵਾਰਾਂ ਦੇ ਨਾਲ ਲੰਗਾਰੇ ਲਾਈ ਜਾ ਰਹੇ ਨੇ ਦੁਸ਼ਮਣ ਦੇ। ਕੌਣ ਨੇ ਉਹ ਲੋਕ? ਸਰੀਰਾਂ ਦੇ ਤਾਂ ਕਮਜ਼ੋਰ ਨੇ। ਸਰੀਰ ਨੂੰ ਵੇਖੀਏ ਤਾਂ ਇੰਜ ਲੱਗਦਾ ਵੀ ਇਹ ਲੋਕ ਜੇਤੂ ਨਹੀਂ ਹੋਣਗੇ, ਪਰ ਜਦੋਂ ਹੌਸਲਿਆਂ ਨੂੰ ਵੇਖੀਏ ਤੇ ਇਉਂ ਲੱਗਦਾ ਵੀ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਇਹ ਕੌਣ ਲੋਕ ਨੇ? ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਬਹਾਦਰ ਨੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਹ ਬਹਾਦਰ ਸਪੂਤ ਨੇ। ਇਹ ਪਾਤਸ਼ਾਹ ਜੀ ਦੇ ਉਹ ਮਾਰ ਜੀਵੜੇ ਸਿੱਖ ਨੇ, ਉਹ ਬਹਾਦਰ ਸਿੱਖ ਨੇ, ਜਿਨ੍ਹਾਂ ਦੇ ਅੰਤਰ ਆਤਮੇ ਨੂੰ ਮਹਾਰਾਜ ਨੇ ਆਪਣੇ ਬਚਨਾਂ ਦੇ ਦੁਆਰਾ ਇੰਨਾ ਕੁ ਸਟਰੋਂਗ ਕਰ ਦਿੱਤਾ ਹੈ, ਇੰਨਾ ਕੁ ਮਜ਼ਬੂਤ ਕਰ ਦਿੱਤਾ ਹੈ। ਉਹ ਆਪਣਾ ਅਕੀਦਾ ਤੇ ਵਿਸ਼ਵਾਸ ਕਦੀ ਡਲਾਉਂਦੇ ਹੀ ਨਹੀਂ, ਭਟਕਦੇ ਹੀ ਨਹੀਂ। ਤੋ ਬੰਦਾ ਸਾਰੀ ਜ਼ਿੰਦਗੀ ਇਹ ਸੋਚਦਾ ਰਹਿੰਦਾ ਹੈ, ਇਹ ਸੋਚਦਾ ਰਹਿੰਦਾ ਹੈ। ਮਹਾਰਾਜ ਨੇ ਇੱਥੇ ਹਲੂਣਾ ਦਿੱਤਾ ਵੀ ਵੇਖ, ਜੇ ਤੂੰ ਜਵਾਨੀ 'ਚ ਨਹੀਂ ਕਰ ਪਾਇਆ ਤੇ ਬੁਢਾਪੇ 'ਚ ਕੀ ਕਰੇਂਗਾ? ਜੇ ਤੂੰ ਜਵਾਨੀ ਨਹੀਂ ਸੰਭਾਲ ਸਕਿਆ ਤੇ ਬੁਢਾਪੇ 'ਚ ਕਿੱਥੋਂ ਤੂੰ ਇੰਨਾ ਸੁਚੇਤ ਹੋ ਸਕਦਾ ਹੈ? ਗੱਲ ਇਹ ਕਹੀ ਹੈ ਮਹਾਰਾਜ ਨੇ ਬਾਣੀ ਵਿੱਚ। ਤੇ ਭਗਤ ਭੀਖਨ ਜੀ ਨੇ ਬੜਾ ਸੋਹਣਾ ਬਚਨ ਕੀਤਾ। ਉਹ ਕਹਿੰਦੇ, ਨੈਣੋ ਨੀਰ ਬਹਿ ਤਨ ਖੀਨਾ। ਜਦੋਂ ਅੱਖਾਂ ਵਿੱਚੋਂ ਪਾਣੀ ਵਹਿਣ ਲੱਗ ਪਿਆ, ਸਰੀਰ ਕਮਜ਼ੋਰ ਹੋ ਗਿਆ, ਭੈ ਕੇਸ ਦੁੱਧਵਾਨੀ, ਕੇਸ ਚਿੱਟੇ ਹੋ ਗਏ, ਦੁੱਧ ਵਰਗੇ ਚਿੱਟੇ ਹੋ ਗਏ ਕੇਸ। ਹਰੂਦਾ ਕੰਠ, ਗਲਾ ਰੁਕਣ ਲੱਗ ਪਿਆ, ਸ਼ਬਦ ਨਹੀਂ ਉਚਰੇ, ਹੁਣ ਸ਼ਬਦ ਬੋਲਿਆ ਨਹੀਂ ਜਾਂਦਾ। ਅਬ ਕਿਆ ਕਰੇ ਪ੍ਰਾਨੀ? ਹੁਣ ਤੂੰ ਕਿਹੜੀ ਬੰਦਗੀ ਦੀ ਗੱਲ ਕਰੇਂਗਾ, ਕਿਹੜੇ ਕਰਮ ਦੀ ਗੱਲ ਕਰੇਂਗਾ? ਤੂੰ ਤੇ ਦੁਨੀਆ ਦੇ ਆਗੇ ਬਾਗੇ ਦੀਆਂ ਗੱਲਾਂ ਨਹੀਂ ਛੱਡੀਆਂ। ਬੜਾ ਕੁਝ ਬੋਲਿਆ ਜ਼ਬਾਨ ਦੇ ਨਾਲ, ਨਹੀਂ ਬੋਲਿਆ ਤੇ ਰੱਬੀ ਸਿਮਰਨ, ਉਹਦੀ ਇਬਾਦਤ ਨੂੰ ਨਹੀਂ ਇਸ ਸ਼ਬਦ ਦੇ ਰੂਪ ਵਿੱਚ ਬੋਲਿਆ। ਤੂੰ ਇੱਕ ਵੀ ਸ਼ਬਦ ਉਹਦੇ ਧੰਨਵਾਦ ਵਿੱਚ, ਉਹਦੇ ਸ਼ੁਕਰ ਵਿੱਚ ਨਹੀਂ ਤੂੰ ਬੋਲਿਆ। ਤੇ ਜੇ ਬੋਲਿਆ ਵੀ ਹੋਵੇਗਾ ਤੇ ਉਹਦੇ ਵਿੱਚ ਤੇਰਾ ਕਿਤੇ ਨਾ ਕਿਤੇ ਸਵਾਰਥ ਜ਼ਰੂਰ ਹੋਵੇਗਾ। ਉਹ ਤੂੰ ਸਵਾਰਥ ਕਰਕੇ ਬੋਲਿਆ, ਅਦਰਵਾਈਜ਼ ਉਹਦੇ ਸ਼ੁਕਰ ਲਈ ਨਹੀਂ ਤੂੰ ਬੋਲਿਆ। ਉਹਦਾ ਧੰਨਵਾਦ ਕਰਿਆ ਕਰ, ਉਹਦਾ ਸ਼ੁਕਰ ਕਰਿਆ ਕਰ। ਫਰੀਦ ਸਾਹਿਬ ਕਹਿੰਦੇ, ਇਨੀ ਨਿੱਕੀ ਜੰਗੀਏ ਥਲ ਡੂੰਗਰ ਭਵਿਓਮ। ਸਾਰਾ ਤੂੰ ਥਲ, ਧਰਤੀ, ਪਰਬਤ, ਪਹਾੜ, ਸਾਰਾ ਕੁਝ ਘੁੰਮ ਆਇਆ। ਇਹ ਮਨ ਦੇ ਨਿੱਕੇ ਨਿੱਕੇ ਵਿਚਾਰਾਂ ਦੇ ਨਾਲ ਤੂੰ ਸਾਰੀ ਦੁਨੀਆ ਹੀ ਘੁੰਮ ਲੈਣਾ। ਅੱਜ ਫਰੀਦਾ ਕੂਜੜਾ, ਵਿਕਾਰਾਂ ਨੇ ਤੈਨੂੰ ਇੰਨਾ ਕੁ ਕਮਜ਼ੋਰ ਕਰ ਦਿੱਤਾ ਹੈ। ਮਨ ਦੇ ਅੰਦਰ ਸੁਰਤ ਵਿੱਚ ਇੰਨੇ ਕੁ ਵਿਕਾਰ ਆ ਗਏ ਨੇ। ਸਹਿ ਕੋਹਾਂ ਥੀ ਓਮ। ਤੈਨੂੰ ਅੰਮ੍ਰਿਤ ਦਾ ਪਿਆਲਾ ਜਿਹੜਾ ਤੇਰੇ ਨੇੜੇ ਹੈ, ਉਹ ਤੈਨੂੰ ਦੂਰ ਦਿਸ ਰਿਹਾ ਹੈ। ਅੰਮ੍ਰਿਤ ਦਾ ਬਾਟਾ ਤੈਨੂੰ ਬੜਾ ਦੂਰ ਦਿਸਦਾ ਹੈ, ਕਿਉਂਕਿ ਤੇਰਾ ਨਾਤਾ ਹੀ ਨਹੀਂ ਬਣਿਆ ਉਹਦੇ ਨਾਲ। ਤੈਨੂੰ ਵਿਕਾਰਾਂ ਨੇ ਇੰਨਾ ਕੁ ਘੇਰਾ ਪਾ ਲਿਆ ਵੀ ਤੈਨੂੰ ਅੰਮ੍ਰਿਤ ਨਾਮ ਨਿਧਾਨ, ਜਿਹੜਾ ਪਾਵਨ ਬਾਣੀ ਦਾ ਖਜ਼ਾਨਾ, ਜਿਹੜਾ ਉਹਦੇ ਤੋਂ ਤਾਂ ਤੂੰ ਦੂਰੀ ਬਣਾ ਲੈਂਦਾ। ਬਦਕਿਸਮਤੀ ਸਾਡੀ ਕੌਮ ਦੀ, ਕਈ ਲੋਕ ਇਦਾਂ ਦਾ ਵੀ ਬਹਾਨਾ ਬਣਾ ਲੈਂਦੇ ਆ, ਮੇਰੇ ਸਿਰ ਨੰਗਾ, ਮੈਂ ਅੱਗੇ ਨਹੀਂ ਆ ਸਕਦਾ। ਇੰਨੀ ਦੁਸ਼ਟਤਾਈ ਤੇਰੇ ਵਿੱਚ ਕਿੱਥੋਂ ਆ ਗਈ? ਇੰਨਾ ਦੁਸ਼ਟ ਤੂੰ ਕਿਧਰੋਂ ਬਣ ਗਿਆ? ਤੈਨੂੰ ਤਾਂ ਰੱਬ ਨੇ, ਤੈਨੂੰ ਗੁਰੂ ਨੇ ਆਪਣਾ ਬਣਾਇਆ ਸੀ, ਤੈਨੂੰ ਤਾਂ ਬੜੀ ਨੇੜਤਾ ਦਿੱਤੀ ਸੀ, ਤੈਨੂੰ ਤਾਂ ਗਾਲ ਵਕੜੀ ਵਿੱਚ ਲਿਆ ਸੀ, ਤੇਰੇ ਨਾਲ ਤਾਂ ਪਿਆਰ ਕੀਤਾ ਸੀ, ਤੈਨੂੰ ਆਖਿਆ ਸੀ ਵੀ ਮੇਰੇ ਵਰਗੀ ਤੇਰੀ ਫਿਤਰਤ ਹੋਵੇਗੀ, ਮੇਰੇ ਵਰਗਾ ਸੁਭਾਅ ਹੋਵੇਗਾ ਤੇਰਾ। ਪਰ ਕਮਾਲ ਦੀ ਗੱਲ ਹੈ, ਤੂੰ ਤਾਂ 100 ਕੋਹ ਦੂਰ ਖੜ ਕੇ ਇਹ ਕਹਿ ਦੇਣਾ ਵੀ ਮੇਰਾ ਤਾਂ ਸਿਰ ਨੰਗਾ ਜੀ, ਮੈਂ ਅੰਦਰ ਨਹੀਂ ਜਾ ਸਕਦਾ। ਹੱਦ ਹੋ ਗਈ ਹੈ ਤੇਰੀ। ਤੂੰ ਤਾਂ ਕਮਾਲ ਦੀ ਗੱਲ ਕਹਿ ਦਿੱਤੀ ਹੈ। ਜੇ ਤੂੰ ਆਪਣੇ ਪੁਰਖਿਆਂ ਦੇ ਨੇੜੇ ਨਹੀਂ ਜਾ ਸਕਦਾ, ਆਪਣੇ ਬਜ਼ੁਰਗਾਂ ਦੇ ਨੇੜੇ ਨਹੀਂ ਜਾ ਸਕਦਾ, ਆਪਣੇ ਪਰਿਵਾਰ ਦੇ ਨੇੜੇ ਨਹੀਂ ਜਾ ਸਕਦਾ, ਦੱਸ ਜਾਵੇਂਗਾ ਕਿੱਥੇ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਸਾਡੇ ਪੁਰਖਿਆਂ ਦੀ ਵਿਚਾਰ ਹੈ।
ਇਸ ਬਾਣੀ ਦੇ ਨੇੜੇ ਆਵੇਂਗਾ ਤੇ ਤੈਨੂੰ ਕਰਮ ਦੀ ਸਮਝ ਲੱਗੇਗੀ, ਫਿਰ ਉਹਨਾਂ ਕਿਰਿਆਵਾਂ ਦੀ ਸਮਝ ਲੱਗੇਗੀ ਜਿਹੜੀਆਂ ਕਿਰਿਆਵਾਂ ਦੇ ਵਿੱਚੋਂ ਖੁਸ਼ਹਾਲ ਜੀਵਨ ਤੇ ਅੰਮ੍ਰਿਤ ਦੇ ਬਾਟੇ ਨਾਲ ਨੇੜਤਾ ਬਣਨੀ ਹੈ। ਉਹ ਵਿਚਾਰ ਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਣੀ ਹੈ। ਕਹਿਣ ਲੱਗੇ ਅੱਜ ਫਰੀਦੇ ਕੂਜੜਾ, ਅੱਜ ਤੇਰੇ ਕੋਲ ਉਹ ਅੰਮ੍ਰਿਤ ਦਾ ਬਾਟਾ ਪਿਆ ਹੈ, ਉਹ ਤੇਰੇ ਕੋਲ ਪਿਆ ਹੈ ਕੁੱਜਾ, ਪਰ ਤੈਨੂੰ 100 ਕੋਹਾਂ ਤੇ ਦਿਸ ਰਿਹਾ। ਪਰ ਕਮਾਲ ਦੀ ਗੱਲ ਹੈ ਨਾ, ਨਿੱਕੀਆਂ ਨਿੱਕੀਆਂ ਲੱਤਾਂ ਨਾਲ ਤੂੰ ਪੂਰੀ ਦੁਨੀਆ ਗਾਹ ਦਿੱਤੀ, ਰੱਬ ਨੂੰ ਲੱਭਦਿਆਂ ਲੱਭਦਿਆਂ ਗਾਹ ਦਿੱਤੀ, ਨਾਮ ਨੂੰ ਲੱਭਦਿਆਂ ਲੱਭਦਿਆਂ ਗਾਹ ਦਿੱਤੀ, ਪਰ ਅੱਜ ਤੇਰੇ ਨੇੜੇ ਹੀ ਨਾਮ ਹੈ, ਉਹਦੇ ਲਾਗੇ ਨਹੀਂ ਹੋ ਸਕਦਾ ਤੂੰ। ਇਹ ਤਾਂ ਇਉਂ ਹੈ ਨਾ, ਕੋਈ ਬੰਦਾ ਦਰਿਆ ਦੇ ਕਿਨਾਰੇ ਤੇ ਬੈਠਾ ਪਿਆਸਾ ਹੈ ਪਰ ਪਾਣੀ ਦਾ ਸਿਮਰਨ ਕਰ ਰਿਹਾ ਹੈ। ਗੌਰ ਕਰਿਓ, ਪ੍ਰਸ਼ਾਦੇ ਦੇ ਕੋਲ ਬੈਠਾ ਹੋਇਆ ਬੰਦਾ ਪ੍ਰਸ਼ਾਦਾ ਜਪੀ ਜਾ ਰਿਹਾ ਹੈ, ਪਰ ਪ੍ਰਸ਼ਾਦਾ ਕੋਲ ਹੈ, ਉਦੋਂ ਤੱਕ ਹਿੰਮਤ ਨਹੀਂ ਕਰ ਸਕਦਾ, ਕਮਜ਼ੋਰ ਹੈ, ਸਰੀਰ ਬਿਰਧ ਹੋ ਗਿਆ, ਪ੍ਰਸ਼ਾਦੇ ਤੱਕ ਹੱਥ ਪਹੁੰਚਦਾ ਨਹੀਂ, ਕਹਿ ਰਿਹਾ ਪ੍ਰਸ਼ਾਦਾ ਚਾਹੀਦਾ ਹੈ। ਤੇ ਜਦੋਂ ਬੰਦੇ ਦੀ ਸੁਰਤੀ ਕਮਜ਼ੋਰ ਹੋਵੇ ਨਾ, ਉਦੋਂ ਕੋਲ ਹੀ ਖਜ਼ਾਨਾ ਹੋਵੇ ਬਾਣੀ ਦਾ, ਨਾਮ ਦਾ, ਸਤਿਗੁਰੂ ਮਹਾਰਾਜ ਦੀ ਬਾਣੀ ਦਾ ਸਿਮਰਨ, ਬਾਣੀ ਦਾ ਪ੍ਰਵਾਹ ਚੱਲਦਾ ਹੋਵੇ। ਜਦੋਂ ਮਨ ਹੀ ਕਮਜ਼ੋਰ ਹੈ, ਮਨ 'ਚ ਹੀ ਇੰਨੀ ਤਾਕਤ ਨਹੀਂ ਵੀ ਉੱਠ ਮਨਾ ਚੱਲ ਗੁਰੂ ਚਰਨਾਂ 'ਚ ਬੈਠੀਏ ਤੇ ਬਾਣੀ ਦੀ ਗੱਲ ਸੁਣੀਏ, ਇਹ ਮਨ ਕਮਜ਼ੋਰ ਹੈ, ਕਿਵੇਂ ਆਵੇਗਾ ਭਲਾ? ਮਨ ਤੇ ਅਪਾਹਜ ਹੋਇਆ ਪਿਆ ਹੈ। ਤੇ ਅਪਾਹਜ ਬੰਦੇ ਵਾਸਤੇ ਤੁਰਨਾ ਬੜਾ ਔਖਾ ਹੁੰਦਾ ਹੈ। ਜਦੋਂ ਮਨ ਅਪਾਹਜ ਹੋ ਜਾਵੇ ਉਦੋਂ ਚੰਗੇ ਪਾਸੇ ਨੂੰ ਤੁਰਨਾ ਬਹੁਤ ਔਖਾ ਹੁੰਦਾ ਹੈ। ਤੇ ਅਪਾਹਜ ਲੋਕ ਅਕਸਰ ਹੀ ਦੂਜਿਆਂ ਨੂੰ ਵੀ ਫਿਰ ਪ੍ਰੇਰਨਾ ਦੇ ਦਿੰਦੇ, ਕਿਉਂਕਿ ਆਪ ਤੇ ਜਾਣ ਜੋਗੇ ਨਹੀਂ ਹੁੰਦੇ, ਆਪ ਤਾਂ ਪਹੁੰਚਣ ਜੋਗੇ ਨਹੀਂ ਹੁੰਦੇ। ਉਹ ਫਿਰ ਅਪਾਹਜ ਮਨ ਕਰਕੇ ਅਪਾਹਜ ਲੋਕ ਦੂਜਿਆਂ ਨੂੰ ਵੀ ਕਹਿੰਦੇ ਵੀ ਭਾਈ ਨਹੀਂ ਜਾਇਆ ਜਾਣਾ ਸਾਡੇ ਤੋਂ, ਕੋਈ ਗੱਲ ਨਹੀਂ ਅੱਜ ਰਹਿਣ ਦਿਓ, ਕੱਲ ਨੂੰ ਚੱਲਾਂਗੇ। ਇੱਦਾਂ ਦੀਆਂ ਗੱਲਾਂ ਨਾਲ ਦੂਜਿਆਂ ਨੂੰ ਵੀ ਨਵਾਜ਼ ਦਿੰਦੇ ਨੇ। ਉਹ ਭਗਤ ਫਰੀਦ ਸਾਹਿਬ ਜੀ ਨੇ ਇਸ ਪਾਵਨ ਸ਼ਲੋਕ ਦੇ ਰਾਹੀਂ ਜਿਹੜੀ ਤੱਤ ਦੀ ਵਿਚਾਰ ਦਿੱਤੀ ਉਹ ਇਹ ਹੈ, ਕਹਿੰਦੇ ਵੀ ਬੰਦਿਆ ਤੂੰ ਮਨ ਕਰਕੇ ਤਾਂ ਪੂਰੀ ਦੁਨੀਆ ਗਾਹ ਦੇਣਾ ਹੈ। ਮਨ ਕਰਕੇ ਤੇਰਾ ਜਿਹੜਾ ਮਨ ਹੈ ਪੂਰੀ ਦੁਨੀਆ ਗਾਹ ਦਿੰਦਾ ਹੈ, ਸਾਰਾ ਸੰਸਾਰ ਗਾਹ ਦਿੰਦਾ ਹੈ। ਜਿਵੇਂ ਇੱਕ ਵਿਅਕਤੀ ਆਪਣੀਆਂ ਲੱਤਾਂ ਦੇ ਨਾਲ ਪਹਾੜਾਂ ਪਰਬਤਾਂ ਦੀਆਂ ਸੈਰਗਾਹਾਂ ਦੇ ਵਿੱਚੋਂ ਘੁੰਮ ਕੇ ਆ ਜਾਂਦਾ ਹੈ, ਪਰ ਜਦੋਂ ਬੁਢਾਪਾ ਆ ਜਾਵੇ ਉਹਦੇ ਕੋਲੋਂ ਨੇੜੇ ਪਿਆ ਆਪਣਾ ਇੱਕ ਕਮੰਡਲ ਲੋਟਾ ਪਕੜ ਕੇ ਪਾਣੀ ਦੀ ਪਿਆਸ ਨਹੀਂ ਬੁਝਾਈ ਜਾਂਦੀ, ਕਿਉਂਕਿ ਬੁਢਾਪਾ ਆ ਗਿਆ, ਕਮਜ਼ੋਰ ਹੋ ਗਿਆ। ਕਹਿੰਦੇ ਮਨ ਤੇਰਾ ਬੜਾ ਤਕੜਾ ਹੈ, ਪੂਰੀ ਦੁਨੀਆ ਦੀਆਂ ਵਿਚਾਰਾਂ ਕਰ ਆਉਂਦਾ ਹੈ, ਘੁੰਮ ਆਉਂਦਾ ਹੈ, ਦੁਨੀਆ ਦੀ ਸੈਰ ਕਰ ਆਉਂਦਾ ਹੈ, ਪਰ ਨੇੜੇ ਤੇਰੇ ਬਾਣੀ ਦੀ ਵਿਚਾਰ ਹੈ, ਤੇਰੇ ਨੇੜੇ ਅੰਮ੍ਰਿਤ ਦਾ ਖਜ਼ਾਨਾ ਹੈ, ਮਾਲਕ ਵਾਹਿਗੁਰੂ ਦੇ ਅੰਦਰ ਵਾਸਾ ਹੈ ਤੇਰੇ, ਤੂੰ ਉਹਦੇ ਲਾਗੇ ਹੋ ਕੇ ਆਪਣੇ ਅੰਤਰ ਆਤਮੇ ਦੇ ਵਿੱਚੋਂ ਖੋਜ ਕਰਕੇ ਉਹਦੇ ਗੁਣਾਂ ਦਾ ਤੂੰ ਆਨੰਦ ਨਹੀਂ ਮਾਣ ਸਕਦਾ, ਕਿਉਂਕਿ ਮਨ ਕਰਕੇ ਤੂੰ ਬਜ਼ੁਰਗ ਹੋ ਚੁੱਕਿਆ ਹੈ। ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਮਹਾਰਾਜ ਕਹਿੰਦੇ ਉਹ ਗੁਰਮੁਖ ਨੇ, ਉਹ ਕਦੇ ਬੁੱਢੇ ਨਹੀਂ ਹੁੰਦੇ ਜਿਨ੍ਹਾਂ ਦੀ ਸੁਰਤ ਜਵਾਨ ਹੋਵੇ। ਉਹ ਤਾਂ ਸੁਰਤ ਜਵਾਨ ਵਾਲੇ ਸੀ, ਸ਼ਾਮ ਸਿੰਘ ਅਟਾਰੀ ਵਰਗੇ, ਬਾਬਾ ਦੀਪ ਸਿੰਘ ਵਰਗੇ ਬਹਾਦਰ ਸੂਰਬੀਰ ਯੋਧੇ, ਉਹਨਾਂ ਦੀ ਤਾਂ ਸੁਰਤ ਬੜੀ ਤਕੜੀ ਸੀ। ਨਵਾਬ ਕਪੂਰ ਸਿੰਘ ਵਰਗੇ ਯੋਧੇ, ਉਹਨਾਂ ਦੀ ਸੁਰਤ ਬੜੀ ਤਕੜੀ ਸੀ, ਸੁਰਤ ਕਰਕੇ ਸੀ ਉਹ ਗੁਰਮੁਖ ਸਨ। ਤੇ ਦੂਜੇ ਪਾਸੇ ਬਾਣੀ 'ਚ ਇਹ ਵੀ ਆਖਿਆ ਮਨਮੁਖ ਬਾਲਕ ਬਿਰਧ ਸਮਾਨ ਹੈ, ਜਿਨ੍ਹਾਂ ਅੰਤਰ ਹਰ ਸੁਰਤ ਨਹੀਂ। ਮਨਮੁਖ ਬੰਦਾ ਬਿਰਧ ਵੀ ਹੋਵੇ, ਸਰੀਰ ਕਰਕੇ ਵਡੇਰੀ ਉਮਰ ਵਾਲਾ ਹੋਵੇ, ਲੋਕ ਕਹਿੰਦੇ ਸਿਆਣਾ ਹੈ, ਮਹਾਰਾਜ ਕਹਿੰਦੇ ਇਹ ਤਾਂ ਮਨਮੁਖ ਹੈ, ਬਾਲਕ ਬਿਰਧ ਸਮਾਨ ਹੈ। ਇਹ ਬਿਰਧ ਹੁੰਦਾ ਆ ਵੀ ਬੱਚਿਆਂ ਵਰਗਾ ਹੈ। ਇਸ ਕਰਕੇ ਕਿਉਂਕਿ ਇਹ ਸਮਝ ਨਹੀਂ ਸਕਿਆ, ਇਹਦੇ ਨੇੜੇ ਹੀ ਅੰਮ੍ਰਿਤ ਦਾ ਖਜ਼ਾਨਾ ਹੈ। ਚਿੱਚੜ ਸਾਰੀ ਜ਼ਿੰਦਗੀ ਦੁੱਧ ਦੇ ਨੇੜੇ ਰਹਿੰਦਾ ਪਰ ਪੀ ਨਹੀਂ ਸਕਦਾ, ਲਹੂ ਪੀਂਦਾ ਰਹਿੰਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਡੱਡੂ ਸਾਰੀ ਜ਼ਿੰਦਗੀ ਕਮਲ ਫੁੱਲ ਦੇ ਨੇੜੇ ਰਹਿੰਦਾ ਹੈ, ਸੁਗੰਧੀ ਨਹੀਂ ਮਾਣ ਸਕਦਾ, ਚਿੱਕੜ ਖਾ ਸਕਦਾ ਹੈ। ਇਹੀ ਹਾਲ ਮਨੁੱਖ ਦਾ ਹੈ। ਸਾਰੀ ਜ਼ਿੰਦਗੀ ਬੰਦਾ ਰੱਬ ਦੀਆਂ ਗੱਲਾਂ ਤੇ ਕਰਦਾ ਰਹਿੰਦਾ, ਪਰ ਰੱਬ ਦੇ ਨੇੜੇ ਨਹੀਂ ਹੋ ਸਕਦਾ, ਗੁਰੂ ਦੇ ਨੇੜੇ ਨਹੀਂ ਹੋ ਸਕਦਾ, ਗੁਰੂ ਦਾ ਪਿਆਰ ਮਾਣ ਹੀ ਨਹੀਂ ਸਕਦਾ। ਕਿਉਂ ਨਹੀਂ ਮਾਣ ਸਕਦਾ? ਕਿਉਂਕਿ 5 ਵਿਕਾਰਾਂ ਨੇ ਇਹਨੂੰ ਮਨ ਕਰਕੇ ਇੰਨਾ ਕੁ ਕਮਜ਼ੋਰ ਕਰ ਦਿੱਤਾ, ਇਹਦੇ ਨੇੜੇ ਹੀ ਚੰਗੀਆਂ ਗੱਲਾਂ ਹੁੰਦੀਆਂ ਹੋਣ ਤੇ ਉਹਨਾਂ ਤੋਂ ਵੀ ਬੰਦਾ ਕਿਨਾਰਾ ਕਰ ਜਾਂਦਾ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ ਸ਼ਲੋਕ ਵਿੱਚ ਆਖਿਆ ਵੀ ਜੇ ਮਨ ਕਮਜ਼ੋਰ ਹੋ ਗਿਆ ਨਾ ਤੇ ਤੂੰ ਰੱਬ ਦੇ ਅੰਮ੍ਰਿਤ ਦੀ ਦਾਤ ਦੇ ਪਾਤਸ਼ਾਹ ਦੀ ਸਿਫਤ ਸਲਾਹ ਦੇ ਕਦੀ ਨੇੜੇ ਨਹੀਂ ਹੋ ਸਕਦਾ। ਆਓ
ਮਨ ਨੂੰ ਸਟਰੋਂਗ ਕਰੀਏ ਬਾਣੀ ਦੇ ਬਚਨਾਂ ਦੁਆਰਾ, ਤੇ ਗੁਰੂ ਦਾ ਪਿਆਰ ਮਾਣੀਏ, ਗੁਰੂ ਦੀਆਂ ਖੁਸ਼ੀਆਂ ਨੂੰ ਮਾਣੀਏ। ਸਤਿਗੁਰੂ ਰਹਿਮਤ ਕਰਨ। ਸ਼ੇਖ ਫਰੀਦ ਜੀ ਨੇ ਇਸ ਸ਼ਲੋਕ ਦੇ ਰਾਹੀਂ ਸਾਨੂੰ ਜਿਹੜੀ ਹਦਾਇਤ ਕੀਤੀ ਹੈ, ਇਹ ਆਖਿਆ ਵੀ ਜਿੱਥੇ ਤੇਰਾ ਮਨ ਸੈਰ ਸਪਾਟੇ ਕਰਦਾ ਹੈ, ਜਿੱਥੇ ਸਰੀਰ ਸੈਰ ਸਪਾਟੇ ਕਰਦਾ ਹੋਵੇ, ਤੇ ਸਾਰੀ ਦੁਨੀਆ ਦੇ ਸੈਰ ਸਪਾਟੇ ਕਰਨ ਤੋਂ ਬਾਅਦ ਚੰਗੇ ਪਾਸੇ ਨੂੰ ਤੁਰਨ ਤੋਂ ਕਮਜ਼ੋਰ ਹੋ ਜਾਵੇ, ਜਦੋਂ ਬਿਰਧ ਹੋ ਜਾਵੇ, ਉਦੋਂ ਇਹ ਲੱਤਾਂ ਇੰਨਾ ਕੁ ਨਾ ਤੁਰ ਸਕਣ ਵੀ ਨੇੜੇ ਪਿਆ ਲੋਟਾ ਵੀ ਨਾ ਪਕੜ ਸਕਣ, ਤੇ ਬੜੀ ਔਖੀ ਗੱਲ ਹੁੰਦੀ ਹੈ। ਕਹਿੰਦੇ ਮਨ ਸਾਰੀ ਦੁਨੀਆ ਦਾ ਸੈਰ ਸਪਾਟਾ ਕਰਨ ਵਾਲਾ, ਜੇ ਮਨ 2-4 ਘੜੀਆਂ ਮਾਲਕ ਵਾਹਿਗੁਰੂ ਦੀ ਇਬਾਦਤ ਵਿੱਚ ਨਹੀਂ ਜੁੜਿਆ, ਤੇ ਸਮਝੋ ਇਹ ਬਿਰਧ ਹੋ ਗਿਆ, ਕਮਜ਼ੋਰ ਹੋ ਗਿਆ। ਇਹਦੇ ਕੋਲੋਂ ਹੁਣ ਅੰਮ੍ਰਿਤ ਦੀ ਦਾਤ ਰੂਪ ਉਹ ਗੁਣ ਪ੍ਰਾਪਤ ਨਹੀਂ ਕੀਤੇ ਜਾ ਸਕਦੇ। ਗੁਰੂ ਕੇ ਪਿਆਰਿਓ, ਹਰ ਵਕਤ ਮਾਲਕ ਦੇ ਸ਼ੁਕਰ ਵਿੱਚ ਆਪਣਾ ਜੀਵਨ ਗੁਜ਼ਾਰਿਆ ਕਰੀਏ, ਜਿਨ੍ਹਾਂ ਨੇ ਸਾਨੂੰ ਇਹ ਦਾਤਾਂ ਬਖਸ਼ੀਆਂ ਨੇ। ਸਭ ਦਾ ਧੰਨਵਾਦ। ਸ਼ੁਕਰ ਮਾਲਕ ਦਾ। ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਗੁਰੂ ਫਤਿਹ ਨਾਲ ਸਾਂਝ ਕਰੋ।